मैं अपने गुरुदेव परमात्मा सावन कृपाल ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹਾਂ, ਜਿਨ੍ਹਾਂ ਨੇ ਸਾਨੂੰ ਆਪਣਾ ਜਸ਼ ਕਰਨ ਦਾ ਮੌਕਾ ਦਿੱਤਾ ਹੈ। ਇਸ ਗਰੀਬ ਆਤਮਾ ਤੇ ਆਪਣੀ ਦਇਆ ਕੀਤੀ, ਮਿਹਰ ਕੀਤੀ ਹੈ। ਤੁਹਾਡੇ ਅੱਗੇ ਅੱਜ ਗੁਰੂ ਨਾਨਕ ਸਾਹਿਬ ਦਾ ਛੋਟਾ ਜਿਹਾ ਸ਼ਬਦ ਰੱਖਿਆ ਜਾਂਦਾ ਹੈ। ਕੱਲ ਮੈਂ ਸਵਾਮੀ ਜੀ ਮਹਾਰਾਜ ਦੀ ਬਾਣੀ ਤੇ ਸਤਸੰਗ ਕੀਤਾ ਸੀਗਾ। ਉਹਨਾਂ ਨੇ ਵੀ ਸਾਨੂੰ ਬੜੇ ਪਿਆਰ ਨਾਲ ਸਵਾਮੀ ਜੀ ਨੇ ਦੱਸਿਆ ਸੀ ਕਿ ਦੁਨੀਆ ਦੇ ਵਿੱਚ ਕਿਹੜੀ ਚੀਜ਼ ਦੁਰਲੱਭ ਹੈ, ਕਿਹੜੀ ਵਸਤੂ ਹੈ ਜਿਹੜੀ ਉਹ ਦੁਰਲੱਭ ਹੈ। ਆਪ ਨੇ ਦੱਸਿਆ ਕਿ ਸਤਿਗੁਰੂ ਦੁਰਲੱਭ ਹੈ। ਕਿਹੜਾ ਸਤਿਗੁਰੂ? ਜੋ ਸ਼ਬਦ ਸਰੂਪੀ ਸ਼ਬਦ ਅਭਿਆਸੀ ਹੈ, ਜੋ ਮਨ ਇੰਦਰੀਆਂ ਦੀ ਗੁਲਾਮੀ ਤੋਂ ਉੱਪਰ ਉੱਠ ਕੇ ਆਪਣੀ ਆਤਮਾ ਤੋਂ ਅਸਥੂਲ, ਸੂਖਸ਼ਮ, ਕਾਰਨ ਤਿੰਨੇ ਪਰਦੇ ਲਾ ਕੇ ਬ੍ਰਹਮ ਪਾਰ ਬ੍ਰਹਮ ਤੋਂ ਉੱਪਰ ਆਪਣੀ ਆਤਮਾ ਨੂੰ ਲਿਜਾ ਕੇ ਸਹਿਜ ਅਵਸਥਾ ਪ੍ਰਾਪਤ ਕਰ ਚੁੱਕਿਆ ਹੈ। ਤੋ ਅੱਜ ਸਵਾਮੀ ਜੀ ਮਹਾਰਾਜ ਵੀ ਕਹਿੰਦੇ ਹੈ ਕਿ ਅਸੀਂ ਦੁਨੀਆਦਾਰ ਜੀਵ ਜਿਤਨੇ ਵੀ हैं ਵਿਸ਼ੇ ਵਿਕਾਰਾਂ ਦੇ ਵਿੱਚ ਪੈ ਕੇ ਆਪਣੇ ਆਪ ਨੂੰ ਭੁੱਲ ਚੁੱਕੇ ਹਾਂ, ਆਪਣੇ ਅਸਲੇ ਨੂੰ ਭੁੱਲ ਚੁੱਕੇ ਹਾਂ। ਸਾਡਾ ਅਸਲਾ ਉਹੀ ਹੈ ਜੋ ਪਰਮਾਤਮਾ ਦਾ ਹੈ। ਪਰਮਾਤਮਾ ਇੱਕ ਸਮੁੰਦਰ ਹੈ, ਆਤਮਾ ਉਸਦੀ ਸ਼ਬਦ ਉਸਦੀ ਲਹਿਰ ਹੈ, ਆਤਮਾ ਉਸਦੀ ਬੂੰਦ ਹੈ। ਸਮੁੰਦਰ ਵੀ ਪਾਣੀ ਹੈ, ਸ਼ਬਦ ਜੋ ਲਹਿਰ ਹੈ ਉਹ ਵੀ ਪਾਣੀ ਹੈ, ਜੋ ਬੂੰਦ ਹੈ ਉਹ ਵੀ ਪਾਣੀ ਹੈ। ਫਰਕ ਸਿਰਫ ਵਿਛੋੜੇ ਦਾ ਹੈ। ਜਿਤਨਾ ਚਿਰ ਉਹ ਸਮੁੰਦਰ ਤੋਂ ਅਲੱਗ ਹੈ, ਉਤਨਾ ਚਿਰ ਉਹ ਕਤਰਾ ਕਹਾਉਂਦਾ ਹੈ, ਬੂੰਦ ਕਹਾਉਂਦੀ ਹੈ। ਜਦ ਉਹ ਲਹਿਰ ਦੇ ਸਪੁਰਦ ਹੋ ਜਾਂਦੀ ਹੈ, ਲਹਿਰ ਜੋ ਹੈ ਉਹਨੂੰ ਲੈ ਕੇ ਸਮੁੰਦਰ ਦੇ ਵਿੱਚ ਹੀ ਬੈਠ ਜਾਂਦੀ ਹੈ। ਤੋ ਸਾਡੀ ਆਤਮਾ ਤਾਂ ਪਿਓਰ ਸੀ, ਪਵਿੱਤਰ ਸੀ, ਲੇਕਿਨ ਇਸ ਨੇ ਮਨ ਦਾ ਸਾਥ ਲੈ ਕੇ ਅਤੀ ਗੰਦੀ ਔਰ ਮੈਲੀ ਹੋ ਗਈ ਹੈ। ਜਿਸ ਤਰ੍ਹਾਂ ਮੈਂ ਦੱਸਦਾ ਹੁੰਦਾ ਕਿ ਜਦੋਂ ਪਾਣੀ ਬੱਦਲਾਂ ਦੇ ਵਿੱਚੋਂ ਜ਼ਮੀਨ ਦੇ ਉੱਤੇ ਗਿਰਦਾ ਹੈ, ਉਹ ਕਿਤਨਾ ਸਾਫ਼ ਹੁੰਦਾ ਹੈ, ਸੁਥਰਾ ਹੁੰਦਾ ਹੈ। ਜਦ ਉਹ ਜ਼ਮੀਨ ਤੇ ਆ ਜਾਂਦਾ ਹੈ, ਜਿੱਥੇ ਕਿ ਚਿੱਕੜ ਹੈ, ਗੰਦ ਵਗੈਰਾ ਪਿਆ ਹੈ, ਉਹਦੇ ਵਿੱਚੋਂ ਵੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਪਾਣੀ ਆਪਣੇ ਆਪ ਨੂੰ ਉਹ ਗੰਦੀ ਸਮਝਣਾ ਸ਼ੁਰੂ ਕਰ ਦਿੰਦਾ ਹੈ। ਜਦ ਉਸ ਨੂੰ ਸੂਰਜ ਦੀ ਤਪਸ਼ ਮਿਲਦੀ ਹੈ, ਉਹ ਬੁਖਾਰਾਤ ਬਣ ਕੇ ਉੱਡਦਾ ਹੈ, ਸਿੱਧਾ ਜਾ ਕੇ ਬੱਦਲਾਂ ਵਿੱਚ ਸਮਾ ਜਾਂਦਾ ਹੈ। ਫਿਰ ਉਸ ਨੂੰ ਸਮਝ ਆਉਂਦੀ ਹੈ ਕਿ ਮੇਰਾ ਪਹਿਲਾਂ ਵੀ ਅਸਲਾ ਜੋ ਸੀ ਉਹ ਬੱਦਲ ਸਨ, ਮੈਂ ਆਪਣੇ ਅਸਲੇ ਵਿੱਚ ਆ ਕੇ ਸਮਾ ਗਿਆ ਹੈ, ਮੈਂ ਹੁਣ ਵੀ ਬੱਦਲ ਹੈ। ਇਸੇ ਤਰ੍ਹਾਂ ਸਾਡੀ ਆਤਮਾ ਉਸ ਪਰਮਾਤਮਾ ਤੋਂ ਵਿਛੜ ਕੇ ਅਨੇਕਾਂ ਇਹਨੇ ਮਾਤਾ ਪਿਤਾ ਬਣਾਏ, ਅਨੇਕਾਂ ਭੈਣ ਭਰਾ ਬਣਾਏ, ਕਦੇ ਕਿਸੇ ਸਮਾਜ ਦੇ ਵਿੱਚ ਜਨਮ ਲਿਆ, ਕਦੇ ਕਿਸੇ 'ਚ ਜਾ ਕੇ ਜਨਮ ਲਿਆ ਹੈ। ਜਦ ਇਨਸਾਨ ਦਾ ਜਾਮਾ ਮਿਲਦਾ ਹੈ, ਅਗਰ ਗੁਰੂ ਮਿਲ ਜਾਂਦਾ ਹੈ, ਨਾਮ ਮਿਲ ਜਾਂਦਾ ਹੈ, ਤਾਂ ਬੇੜਾ ਪਾਰ ਹੈ। ਜਦੋਂ ਇਹ ਫੇਰ ਜਾ ਕੇ ਉਸੇ ਸ਼ਬਦ ਨਾਮ ਦੇ ਵਿੱਚ ਮਿਲ ਜਾਂਦੀ ਹੈ, ਫਿਰ ਇਸ ਨੂੰ ਪਤਾ ਲੱਗਦਾ ਹੈ ਕਿ ਦੁਨੀਆ ਦੀਆਂ ਜੋ ਲਜਤਾਂ ਸਨ, ਸ਼ਰਾਬਾਂ ਕਬਾਬਾਂ ਦੀਆਂ, ਵਿਸ਼ੇ ਵਿਕਾਰਾਂ ਦੀਆਂ, ਉਹ ਸਾਰੀਆਂ ਫਿੱਕੀਆਂ ਸਨ। ਸੱਚੀ ਲਜਤ ਔਰ ਸੱਚੀ ਜੋ ਇੱਜ਼ਤ ਸੀ ਉਹ ਤਾਂ ਮੈਨੂੰ ਮੇਰੇ ਘਰ 'ਚ ਹੀ ਮਿਲੀ ਹੈ। ਸਾਨੂੰ ਪਤਾ ਹੈ ਕਿ ਆਪਾਂ ਆਪਣੇ ਘਰ ਤੋਂ ਕਿਤਨਾ ਵੀ ਬਾਹਰ ਦੌੜੇ ਫਿਰੀਏ, ਜੋ ਜ਼ਿੰਦਗੀ ਆਰਾਮ ਦੀ 4 ਦਿਨ ਆਪਦੇ ਘਰ ਵਿੱਚ ਹੈ ਉਹ ਪਰਾਏ ਘਰਾਂ 'ਚ ਨਹੀਂ। ਬੇਸ਼ੱਕ ਉੱਥੇ ਕਿਤਨੇ ਵੀ ਅਸੀਂ ਸੁੱਖ ਦੇ ਸਾਧਨ ਕਿਉਂ ਨਾ ਬਣਾ ਲਈਏ, ਫਿਰ ਵੀ ਸਾਡੇ ਦਿਲ ਦੇ ਅੰਦਰ ਇੱਕ ਐਸਾ ਹਿੱਸਾ ਹੋਏਗਾ ਕਿ ਜਿਹੜਾ ਉਹ ਪੁਰਾਣੇ ਘਰ ਦੀ ਯਾਦ ਬਣਾਈ ਰੱਖਦਾ ਹੈ। ਤੋ ਆਤਮਾ ਦਾ ਘਰ ਕਿਹੜਾ ਹੈ? ਉਹ ਸੱਚਖੰਡ। ਉਹ ਸੱਚਖੰਡ ਦੇ ਵਿੱਚੋਂ ਇਹ ਇਸ ਫਨਾਹ ਦੇਸ਼ ਦੇ ਵਿੱਚ ਆ ਗਈ ਹੈ।
इत्थे फना घर अनेकां वारी, पता नहीं किन्नी क वारी इसने बड़े बड़े महल बनाए होंगे, कितनी वारी इन्हें झोपड़ियां बनाईयां होणगियां, कितने वारी जानवर बन के इसने आलने बना के रही होगी। सो फिर भी किते ना किते आत्मा तुसी देख लो, अगर दुनिया का सारा कुछ ही धन दौलत सानू मिल जावे, फिर भी असी साडे दिल अंदर कोई खुसू खुसू लगे ही रहिंदा है। वो किहड़ी चीज है जिहड़ी अंदर ऐसी सोचती है हर टाइम? वो साडी आत्मा है। क्योंकि जब तक ये अपने घर वापस सचखंड नहीं जांदीगी, उतना चिर इसमें शांति नहीं, तृप्ति नहीं, और वो जब तक तृप्ति और शांति नहीं आउंदीगी, ਇਹਦੇ अंदर जो खुसू खुसू लगी हुई है कि मेरी कोई वस्तु केड़ी है जिहड़ी गुम है, उतना चिर ही है। गुरु नानक कहते हैं, जो घर छड्ड गवावना सो लगा मन माहे, जिथे जाए तुझ वरतना तिसकी चिंता ना है। इत्थे आपां रहण वास्ते, रहण बसेरे वास्ते कितने अच्छे अच्छे घर बनाने हैं, उहदे विच कितना अच्छा अच्छा फर्नीचर फिट करते हैं, लेकिन कदे दिल विच ख्याल आया है कि पता नहीं इस दे विचों कद असी बिस्तर झाड़ के उठ खड़ना है, कद सानू बुलावा पै जाना है। सो इस वास्ते इन्हां घरां दा सानू फिक्र लग्या है, बनाउण लगे हैं, तो जो असली घर है उसनू आत्मा भुल चुकी है। तो गुरु नानक देव जी महाराज इस शब्द दे विच सानू बड़े प्यार नाल कहंदे हैं कि बिख बोइथा लादिया दिया समुंद मजार। आ प्यार नाल कहंदे है, बोइथा कहंदे जहाज नू, और आप कहते हैं असी इस दुनिया दे विच आके जद भी जन्म लिया, विषे बकार भैड़े खोटे कर्म करके इस मन की किश्ती दे अंदर भर ले है, और उस समुद्र दे विच असी गोते खा रहे हैं, ना जिसकी गहराई का पता है, ना इसकी चौड़ाई का पता है। और आप कहते हैं कोई नहीं कह सकता कि दुनिया कद दी बनी है। जद गुरु नानक नू सिद्धा ने पूछया कि दुनिया कद पैदा हुई है, वो कह लगे तिथवार ना जोगी जाने रुत महा ना कोय, जा करता सेठी को साजे ते अपे जाना सोए। वो कह लगे ना योगियां नू पता है कि दुनिया कद वो प्रभु ने बनाई, परमात्मा ने बनाई, ना सिद्धा नू पता है, ना पंडित लोगों ने कोई तरीक पाई है। अगर तरीक पाई हुंदी तो सानू वेदां दे विचों वो तिथ वगैरह लभ पैंदी, प्राणा दे विचों लभ पैंदी। ना कुरान दे अंदर कोई तिथ लिखी है कि परमात्मा ने कद संसार पैदा किया है। तो गुरु नानक साहब कहते जां करता सृष्टि को साजे आपे जाना सोए। ये तो जिसने दुनिया पैदा की है वही परमात्मा जानता है। सो असी कह नहीं सकते कि सानू करोड़ां युग हो गए या इस तो भी ज्यादा हो गया है इस संसार दे विच गोते खांदियां नू। ये सबूत है कि असी इस दुनिया दे विच अज हाजरी ना लवाउंदे, इत्थे ना बैठे हुंदे, जे सानू किसी भी जन्म दे अंदर कोई पूरे सतगुरु दा मिलाप होया हुंदा, पूरा नाम मिलिया हुंदा। सो इस वास्ते आप गुरु नानक देव जी महाराज का शब्द गौर ना सुनो, सानू बड़े प्यार ना समझाउंदे है। सिर्फ समझाउंदे ही नहीं हुंदे महात्मा, वो सानू इहदे विचों निकलण दा साधन और तरीका भी दसदे है जी। मारू महला पहला, संतों की बाणी, पन्ना 203। देख बोए था लादिया दिया समुंद मंझार। देख बोए था लादिया दिया समुंद मंझार। अंधी दिस न आवई ना और वार
ਪਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ, ਅਸੀਂ ਪੁੰਨਾਂ ਔਰ ਪਾਪਾਂ ਦਾ ਭਾਰ ਇਸ ਸਮੁੰਦਰ, ਇਸ ਜਹਾਜ਼ ਦੇ ਅੰਦਰ, ਬੇੜੇ ਦੇ ਅੰਦਰ ਭਰ ਰਹੇ ਹਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੈ, ਕਰਮ ਧਰਮ ਪਾਖੰਡ ਜੋ ਦਿਸੈ, ਤਿਸ ਜਨ ਜੋ ਬਾਤੀ ਲੂਟੈ। ਸੰਤ ਕਹਿੰਦੇ ਹੈ ਕਿ ਬੇਸ਼ੱਕ ਤੁਸੀਂ ਕਿੰਨੇ ਵੀ ਨੇਕ ਕਰਮ ਕਰ ਲਓ, ਉਹਦੇ ਨਾਲ ਤੁਸੀਂ ਦੇਹ ਦੇ ਬੰਧਨਾਂ ਚੋਂ ਆਜ਼ਾਦ ਨਹੀਂ ਹੋ ਸਕਦੇ। ਇਹ ਨਹੀਂ ਕਿ ਜਿਹੜੇ ਅਸੀਂ ਨੇਕ ਕਰਮ ਕਰਦੇ ਹਾਂ, ਪੁੰਨ ਦਾਨ ਕਰਦੇ ਹਾਂ, ਉਹਦਾ ਕੁਝ ਮਿਲਦਾ ਨਹੀਂਗਾ। ਨਹੀਂ, ਉਹ ਕੀ ਮਿਲਦਾ ਹੈ ਕਿ ਅਸੀਂ ਝੌਂਪੜੀ ਚੋਂ ਬਿਸਤਰਾ ਉਠਾ ਕੇ ਮਹੱਲ ਵਿੱਚ ਲਾ ਲੈਂਦੇ ਹਾਂ ਔਰ ਛੇੜ ਸ਼ਾਹੂਕਾਰ ਬਣ ਕੇ ਆ ਜਾਂਦੇ ਹਾਂ। ਦੁਨੀਆ ਦੀ ਹਕੂਮਤ ਦੀ ਬਾਗਡੋਰ ਮਿਲ ਜਾਂਦੀ ਹੈ। ਬੇਸ਼ੱਕ ਅਸੀਂ ਸਵਰਗਾਂ ਦੇ ਵਿੱਚ ਚਲੇ ਜਾਂਦੇ ਹਾਂ, ਤਨ ਔਰ ਮਨ ਦਾ ਪਿੰਜਰਾ ਉੱਥੇ ਵੀ ਹੈ। ਜਿੱਥੇ ਤਨ ਦਾ ਪਿੰਜਰਾ ਹੈ, ਜਿੱਥੇ ਮਨ ਲੱਗਿਆ ਹੈ, ਉੱਥੇ ਸ਼ਾਂਤੀ ਕਿੱਥੇ? ਕਿਉਂਕਿ ਸਵਰਗਾਂ ਦੀਆਂ ਤੁਸੀਂ ਪ੍ਰਾਣਾਂ ਦੇ ਅੰਦਰ ਕਹਾਣੀਆਂ ਪੜ੍ਹ ਕੇ ਦੇਖ ਲਓ ਕਿ ਉੱਥੋਂ ਦੇ ਦੇਵੀ ਦੇਵਤਿਆਂ ਨੂੰ ਸ਼ਾਂਤੀ ਨਹੀਂ। ਅਗਰ ਉਹ ਸ਼ਾਂਤੀ ਹੁੰਦੀ, ਤ੍ਰਿਪਤ ਹੁੰਦੀ, ਤਾਂ ਉਹ ਇਨਸਾਨੀ ਜਾਮੇ ਨੂੰ ਕਿਉਂ ਲੋਚ ਦੇਵੇ? ਅਸੀਂ ਕਹਿੰਦੇ ਹਾਂ ਕਿ ਸ਼ਾਇਦ ਦੇਵਤੇ ਸਾਥੋਂ ਚੰਗੇ ਹੈ, ਲੇਕਿਨ ਕਬੀਰ ਸਾਹਿਬ ਕਹਿੰਦੇ, ਇਸ ਦੇਹੀ ਕੋ ਸਿਮਰੇ ਦੇਵ, ਸਾ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਓ, ਤੇ ਮਾਨਸ ਜਨਮ ਕਾ ਇਹੀ ਲਾਹੋ। ਉਹ ਕਹਿੰਦੇ ਆ, ਕਾਸ਼ ਕਿ ਸਾਨੂੰ ਵੀ ਹੁਣ ਇਨਸਾਨ ਦਾ ਜਾਮਾ ਮਿਲੇ, ਅਸੀਂ ਵੀ ਨਾਮ ਭਗਤੀ ਕਰੀਏ। ਮਾਨਸ ਜਾਮੇ ਦਾ ਇਹੀ ਲਾਹਾ ਹੈ, ਪਹਿਲਾਂ ਜੋ ਗਲਤੀ ਹੋ ਗਈ, ਤਾਂ ਹੁਣ ਅਸੀਂ ਗੁਰੂ ਭਗਤੀ ਕਰੀਏ। ਇਹ ਦੇਵੀ ਦੇਵਤਿਆਂ ਨੂੰ ਉਸ ਵੇਲੇ ਪਤਾ ਲੱਗਦਾ ਹੈ, ਪਛੋਤਾਵਾ ਹੁੰਦਾ ਹੈ, ਜਦ ਅਭਿਆਸੀ ਸਤਸੰਗੀ ਇਹਨਾਂ ਮੰਡਲਾਂ ਦੇ ਵਿੱਚ ਦੀ ਅੱਗੇ ਜਾਂਦਾ ਹੈ ਆਪਦੇ ਘਰ ਸੱਚਖੰਡ ਨੂੰ। ਕਿਉਂਕਿ ਸਵਰਗਾਂ ਬਕੁੰਠਾਂ ਦੀ ਵੀ ਬੁਨਿਆਦ ਹੈ, ਅਸਥੂਲ ਦੁਨੀਆ ਨਾਲ ਸੂਖਸ਼ਮ ਦੀ ਜ਼ਿਆਦਾ ਬੁਨਿਆਦ ਹੈ, ਲੇਕਿਨ ਆਉਣਾ ਫੇਰ ਪੈਂਦਾ ਹੈ। ਜਿਵੇਂ ਆਪਾਂ ਫਸਟ ਟ੍ਰੇਨ ਦੇ ਵਿੱਚ ਸਫ਼ਰ ਕਰ ਲਈਏ ਜਾਂ ਫਸਟ ਕਲਾਸ ਦੇ ਹਵਾਈ ਜਹਾਜ਼ ਵਿੱਚ ਸਫ਼ਰ ਕਰ ਲਈਏ ਜਾਂ ਥਰਡ ਕਲਾਸ ਦੇ ਵਿੱਚ ਕਰੀਏ, ਤਾਂ ਫਸਟ ਦਾ ਔਰ ਥਰਡ ਦਾ ਫਰਕ ਰਹਿੰਦਾ ਹੈ। ਇਸ ਵਾਸਤੇ ਸਵਰਗਾਂ ਦੇ ਵਿੱਚ ਸੂਖਸ਼ਮ ਦੁਨੀਆ ਹੈ, ਸੂਖਸ਼ਮ ਭੋਗ ਹੈ, ਅਸਥੂਲ ਨਾਲੋਂ ਉੱਥੋਂ ਦੀ ਬੁਨਿਆਦ ਜ਼ਿਆਦਾ ਹੈ, ਲੇਕਿਨ ਮੌਤ ਪੈਦਾਇਸ਼ ਉੱਥੇ ਵੀ ਹੈ, ਹੀਰਖਾ ਔਰ ਜਲਨ ਉੱਥੇ ਵੀ ਹੈ। ਤੋ ਜਿਸ ਵੇਲੇ ਸੰਤਾਂ ਦੇ ਸਤਸੰਗੀ ਅਭਿਆਸ ਕਰਕੇ ਇਹਨਾਂ ਮੰਡਲਾਂ ਦੇ ਵਿੱਚ ਜਾਂਦੇ ਹੈ, ਉਦੋਂ ਇਹ ਆਤਮਾ ਸਤਸੰਗੀਆਂ ਦੇ ਅੱਗੇ ਬੜਾ ਹੀ ਤਰਲੇ ਔਰ ਮਿੰਨਤਾਂ ਕਰਦੀਆਂ ਹਨ ਕਿ ਤੁਸੀਂ ਆਪਣੇ ਗੁਰੂ ਨੂੰ ਕਹੋ ਕਿ ਸਾਡੇ ਉੱਤੇ ਵੀ ਕਿਰਪਾ ਕਰਨ। ਜਿਹੜੇ ਸਤਸੰਗੀ ਅੰਦਰ ਜਾਂਦੇ ਹੈ, ਉਹਨਾਂ ਨੂੰ ਪਤਾ ਹੈ। ਇਸੇ ਵਾਸਤੇ ਸੰਤਾਂ ਨੇ ਆਪਣੇ ਸੇਵਕਾਂ ਨੂੰ ਇਹਨਾਂ ਦਾ ਲਾਲਚ ਨਹੀਂ ਦਿੱਤਾਗਾ, ਨਾ ਇਹਨਾਂ ਦਾ ਸਵਰਗ ਕੋਈ ਇਸ਼ਟੀ ਬਣਾਇਆ ਹੈ, ਬਲਕਿ ਕਬੀਰ ਸਾਹਿਬ ਕਹਿੰਦੇ ਆ, ਕਿਆ ਨਰਕ ਕਿਆ ਸਵਰਗ, ਸੰਤਨ ਦੋ ਇਰਾਦੇ, ਹਮ ਕਾਹੂ ਕੀ ਕਾਣ ਨ ਕੱਢਦੇ ਤੇ ਆਪਣੇ ਗੁਰ ਪ੍ਰਸਾਦੇ। ਉਹ ਕਹਿਣ ਲੱਗੇ, ਨਾ ਤਾਂ ਸੰਤ ਨਰਕਾਂ ਦਾ ਡਰ ਪਾ ਕੇ ਸੇਵਕਾਂ ਤੋਂ ਭਗਤੀ ਕਰਾਉਂਦੇ ਹੈ, ਡਰਦਿਆਂ ਮਾਰਾ ਭਗਤੀ ਤਾਂ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਸਾਡੇ ਉੱਥੇ ਰਾਜਸਥਾਨ ਦੇ ਅੰਦਰ ਲੋਕ ਗੁੱਗੇ ਦੀ ਸੱਪ ਦੀ ਪੂਜਾ ਕਰਦੇ ਹੈ। ਉਹ ਸੱਪ ਦੀ ਪੂਜਾ ਕਰਨ ਵਾਲੇ ਕੋਈ ਇਹ ਨਹੀਂ ਕਿ ਉਹਨਾਂ ਦਾ ਉਹਦੇ ਨਾਲ ਪਿਆਰ ਹੁੰਦਾ ਹੈ, ਤਾਂ ਪਿਆਰੇ ਸਿਰਫ ਉਸ ਦੇ ਜ਼ਹਿਰ ਤੋਂ ਡਰਦੇ ਮਾਰੇ, ਡੰਗ ਤੋਂ ਡਰਦੇ ਮਾਰੇ ਉਹਦੀ ਪੂਜਾ ਕਰਦੇ ਹੈ। ਜੇ ਉਹਨਾਂ ਨੂੰ ਆਖੀਏ ਕਿ ਪਿਆਰਿਓ ਤੁਸੀਂ ਇਸ ਤੋਂ ਗੁਰੂ ਮੰਤਰ ਤਾਂ ਲਓ, ਤੁਹਾਨੂੰ ਇਸੇ ਟਾਈਮ ਹੀ ਅੱਗੇ ਦੀ ਟਿਕਟ ਦੇ ਦੇਗਾ,
मेरा चश्मदीद वाकया है। एक घर दे लोग मियाँ बीबी सप की पूजा करन तुरे। जदों घरों ओहदा समान लेके तुरे, अगे सप ने दर्शन दे दिते तो उन्होंने सोटिया ना कुट के मारता। हुण तुसीं देख लो कि उन्होंने कितना क लगाव है, उहदे नाल कितना क प्यार हुंदा है। तो संत आपदे सेवकां नूं ना नरकां दा डर पाउंदे है, ना स्वर्गां दा लालच ही दिंदे है। वो तो दोनों नूं ये कहंदे आ, देख प्यारा तेरा रास्ता अगे है। गुरु अर्जन देव जी महाराज दा सेवक होया भाई तिलका, गढ़ शंकर दे अंदर। उत्थे एक जोगी ने तप कीता, ऐलान कर दिता कि जेड़ा मेरा कोई एक बारी दर्शन करेगा वो स्वर्गां नूं जाएगा 1 साल वास्ते। हुण सानू पता है कि जो इतने सस्ते स्वर्ग मिल जान, फिर कौन है कि जेड़ा कोई देर करे। दुनिया बड़ा ही वाजे गाजे वजा के उधर नूं चले। तो भाई तिलका जेड़ा सीगा, जद उहने शोर सुनिया, क्योंकि सारे दर्शन कर गए सी, सिर्फ एक भाई तिलका ना आया। जब योगी ने पूछा भाई सारे लोग दर्शन कर गए हैं, वो कहते हाँ जी, होर तो सारे कर गए पर एक तिलका नहीं आया। हुण जो अडंबर जोगी ने कीता सी, वो सारा भाई तिलके दे वास्ते करया सी कि एक गुरु वाला पासा छड्ड देवे, क्योंकि ये लोकां नूं प्रेर के गुरु तो नाम दवाउंदा है। जेड़ा उथों नाम लै लैंदा है, वो मेरी दुकानदारी दे विच फर्क पै जांदा है। इस वास्ते वो खुद ही वाजे गाजे बजा के उधर नूं चले भी आपां ही चल के उसनूं दर्शन दिने है। उसने सुनिया कि भी एक खड़ाक कादा है, शोर कहदा है कि जी योगी ने तप कीता है, उसने क्या है और ये सारे लोग तेरी तरफ आ रहे हैं। अगे भाई तिलके ने बूहा बंद कर लिया, चुप करके अंदर आपदे अभ्यास ते भजन ते बैठ गया। योगी ने बड़ियां आवाजां मारियां, पहला सेवका ने आवाजां मारियां कि भाई योगी दा तेरे ते बड़ा दयालु है, घरे दर्शन देण आया है। वो कहंदा भी जद मैं स्वर्गां नूं नहीं जाना, वो कहंदा भी होरां वास्ते तां 1 साल है, पर तेरे वास्ते 2 साल। वो कहंदा मैं सचखंड जाना है, मेरा स्वर्गां दा की मतलब है। इथों तक इतिहास के अंदर लिखा है कि वो योगी ने उस सिख के भरोसे नूं देख के जाके गुरु अर्जन देव तो नामदान प्राप्त किया। सो इस वास्ते जदों अभ्यासी रूहां आत्मा उथों दी गुजरदियां हन, वो देवी देवते भी तरले करते हैं। सो इस वास्ते आप कहते हैं कंदी दिस नावे ना उर्वा। कोई ये समुंदर दा ना उरले किनारे दा पता है, ना परले दा, ना गहराई दा। तो साडी जिहड़ी किश्ती है ये डगमगा रही है। अंधी दिस ना आवई, ना उर्वार ना पार, पंजी हाथ ना खेवटू, जल सागर असराल। हुण दुनिया दे जहाज दे नाल कप्तान हुंदा है और बेड़ी दे नाल मलाह हुंदा है, लेकिन जो साडी बेड़ी है, साडा जहाज है, उहदे नाल ना कोई कप्तान है, ना कोई मलाह है, ना उस मलाह दे हाथ विच कोई चप्पू है, वांस है कि जेड़ा किश्ती नूं वो जहाज नूं सीधा तोड़ सके। जिधरों हवा आई दूजे पासे नूं उठ गई, कदे वो किश्ती जिधरों हवा आई दूजे पासे नूं उठ गई है। पंजी हाथ ना खेवटू, जल सागर असराल।
बाबा जग पाथा महाजाल, बाबा जग पाथा महाजाल। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਬੜਾ ਹੀ ਸਾਡੇ ਤੇ ਤਰਸ ਖਾ ਕੇ ਕਹਿੰਦੇ ਹੈ ਕਿ ਇਹ ਸਾਰਾ ਜਗ, ਇਹ ਨਹੀਂ ਕਿ ਕੱਲੇ ਅਮਰੀਕਾ ਨੂੰ ਕਿਹਾ ਹੈ ਜਾਂ ਯੂਰਪ ਦੇ ਦੇਸ਼ਾਂ ਨੂੰ ਕਿਹਾ ਹੈ ਜਾਂ ਹਿੰਦੁਸਤਾਨੀਆਂ ਨੂੰ ਕਿਹਾ ਹੈ। ਦੋ ਕਿਸਮ ਦਾ ਜਾਲ ਹੁੰਦਾ ਹੈ, ਇੱਕ ਛੋਟਾ ਹੁੰਦਾ, ਇੱਕ ਬੜਾ, ਤੇ ਇੱਕ ਜਾਲ ਹੈ, ਇੱਕ ਮਹਾਜਾਲ। ਜਦੋਂ ਜਾਲ ਵਾਲੇ ਸਮੁੰਦਰ ਦੇ ਵਿੱਚ ਉਸ ਨੂੰ ਸਿੱਟਦੇ ਹੈ, ਛੋਟੇ ਜਾਲ ਦੇ ਵਿੱਚ ਕੁਝ ਮੱਛੀਆਂ ਵੱਜ ਜਾਂਦੀਆਂ। ਜਦ ਮਹਾਜਾਲ ਉਹ ਪਾਉਂਦੇ ਹੈ, ਉਸ ਵੇਲੇ ਛੋਟੀ ਤੋਂ ਛੋਟੀ, ਬਰੀਕ ਤੋਂ ਬਰੀਕ ਮੱਛੀ ਵੀ ਪਕੜੀ ਆ ਜਾਂਦੀ ਹੈ। ਤਾਂ ਸਾਨੂੰ ਵੀ ਫਾਉਣ ਵਾਸਤੇ ਕਾਲ ਨੇ ਬੜਾ ਹੀ ਮਹਾਜਾਲ ਵਿਛਾਇਆ ਹੋਇਆ ਹੈ। ਕਿਹੜਾ ਜਾਲ ਹੈ? ਚੁਗਲੀ ਹੈ, ਨਿੰਦਿਆ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਵੀ ਨਿੰਦਿਆ ਨਾ ਫਿੱਕੀ ਹੈ ਨਾ ਮਿੱਠੀ ਹੈ, ਨਾ ਇਹ ਚਟਪਟੀ ਹੈ। ਇਨਸਾਨ ਕਿੰਨਾ ਖੁਸ਼ ਹੋ ਕੇ ਇਸ ਨੂੰ ਕਰਦਾ ਹੈ। ਫਿਰ ਉਹ ਆਪ ਕਹਿੰਦੇ ਹੁੰਦੇ ਕਿ ਜਿਹਦੀ ਤੁਸੀਂ ਨਿੰਦਿਆ ਕਰਦੇ ਹੋ ਉਸ ਦੇ ਸਾਰੇ ਪਾਪ ਤੁਹਾਡੇ ਖਾਤੇ ਜਮ੍ਹਾਂ ਹੋਣਗੇ, ਔਰ ਜਿਹੜੇ ਤੁਹਾਡੇ ਪੁੰਨ ਹੈ ਉਹ ਉਸ ਦੇ ਖਾਤੇ ਜਮ੍ਹਾਂ ਹੋਣਗੇ। ਤੋ ਨਿੰਦਿਆ ਗੁਰੂ ਨਾਨਕ ਕਹਿੰਦੇ ਪਾਪੀ ਦੀ ਵੀ ਬੁਰੀ ਹੈ। ਅਗਰ ਅਸੀਂ ਕਿਸੇ ਕਮਾਈ ਵਾਲੇ ਦੀ ਨਿੰਦਿਆ ਕਰਾਂਗੇ ਤਾਂ ਪਤਾ ਨਹੀਂ ਕਿਸ ਨਰਕੇ ਜਾਵਾਂਗੇ। ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਬਾਬਾ ਜਗ ਫਾਥਾ ਮਹਾਜਾਲ। ਤੋ ਵਿਸ਼ੇ ਵਿਕਾਰ ਜਿਹੜੇ ਹੈ ਇਹ ਵੀ ਉਸ ਕਾਲ ਦੇ ਜਾਲ ਹੈ। ਮੈਂ, ਮੇਰੀ, ਹਉਮੈ, ਹੰਕਾਰ ਸਭ ਇਹ ਉਸ ਦੇ ਜਾਲ ਹੈ, ਸਾਨੂੰ ਫਸਾਉਣ ਵਾਸਤੇ, ਫਸਾਉਣ ਵਾਸਤੇ। बाबा जग पाथा महाजाल, बाबा जग पाथा महाजाल। गुर प्रसादी उबरे साचा नाम ਸਮਾਲ। ਹੁਣ ਗੁਰੂ ਨਾਨਕ ਸਾਹਿਬ ਨੇ ਉਤਲੀਆਂ ਤੁਕਾਂ ਦੇ ਵਿੱਚ ਸਾਡੀ ਜਿਹੜੀ ਹਾਲਤ ਸੀ ਜੀਵਾਂ ਦੀ ਉਹ ਬਿਆਨ ਕੀਤੀ ਕਿ ਕਿਸ ਤਰ੍ਹਾਂ ਅਸੀਂ ਵਿਸ਼ੇ ਵਿਕਾਰਾਂ ਵਿੱਚ ਪੈ ਕੇ ਆਪਣੀ ਮੌਤ ਨੂੰ ਭੁੱਲ ਗਏ, ਆਪਣੇ ਘਰ ਨੂੰ ਭੁੱਲ ਗਏ ਹੈ। ਤਾਂ ਆਪ ਪਿਆਰ ਨਾਲ ਕਹਿੰਦੇ ਹੈ ਕਿ ਅਫਸੋਸ ਕਰ ਦਿੱਤਾ, ਸਾਡੀ ਹਾਲਤ ਬਿਆਨ ਕਰ ਦਿੱਤੀ ਹੈ। ਤੋ ਅਫਸੋਸ ਤਾਂ ਸਾਡੇ ਨਾਲ ਸਾਰੇ ਮਹਾਤਮਾ ਕਰਦੇ ਜਾਂਦੇ ਹੈ, ਲੇਕਿਨ ਗੁਰੂ ਨਾਨਕ ਸਾਹਿਬ ਦੀ ਬਾਣੀ ਬੜੀ ਹੀ ਉਹਨਾਂ ਨੇ ਇਸ ਕਿਸਮ ਦੀ ਲਿਖੀ ਹੈ ਕਿ ਆਪਾਂ ਜੇ ਪਹਿਲੇ ਤੁਕ ਦਾ ਠੀਕ ਨਾ ਸਮਝ ਸਕੀਏ ਤਾਂ ਅੱਗੇ ਉਹਦਾ ਆਪਾਂ ਅਰਥ ਕਰ ਹੀ ਨਹੀਂ ਸਕਦੇਗੇ, ਸਮਝ ਹੀ ਨਹੀਂ ਸਕਦੇਗੇ। ਸੋ ਆਪ ਨੇ ਉੱਪਰ ਦੱਸ ਦਿੱਤਾ ਕਿ ਕਿਸ ਤਰ੍ਹਾਂ ਅਸੀਂ ਗਹਿਰੇ ਸਮੁੰਦਰ ਦੇ ਵਿੱਚ ਸਾਡੀ ਜਿਹੜੀ ਕਿਸ਼ਤੀ ਹੈ ਡਗਮਗਾ ਰਹੀ ਹੈ, ਪਤਾ ਨਹੀਂ ਦੁਨੀਆ ਕਦ ਦੀ ਬਣੀ ਹੈ, ਅਸੀਂ ਇਹ ਸੰਸਾਰ ਸਮੁੰਦਰ 'ਚ ਗੋਤੇ ਖਾ ਰਹੇ ਹਾਂ। ਅਫਸੋਸ ਕਰਤਾ ਦੱਸਦਾ। ਹੁਣ ਇੱਥੋਂ ਨਿਕਲਣ ਦਾ ਸਾਧਨ ਔਰ ਤਰੀਕਾ ਵੀ ਦੱਸਦੇ ਹੈ। ਉਹ ਕੀ ਹੈ? ਕੋਈ ਸੱਚਾ ਮਹਾਤਮਾ, ਪੂਰਾ ਮਹਾਤਮਾ ਮਿਲ ਜਾਵੇ ਜੋ ਖੁਦ ਸ਼ਬਦ ਨਾਮ ਦੀ ਕਮਾਈ ਕਰਦਾ ਹੈ ਔਰ ਸਾਨੂੰ ਉਹ ਸ਼ਬਦ ਨਾਮ ਦੇ ਨਾਲ ਜੋੜ ਦੇਵੇ। ਤੋ ਸੱਚਾ ਨਾਮ ਸੰਭਾਲ। ਉਹ ਨਾਮ ਦੇ ਬੇੜੇ ਤੇ ਚੜ ਕੇ, ਦੁਨੀਆ ਦੇ ਬੇੜੇ ਤੋਂ ਉਤਰ ਕੇ, ਵਿਸ਼ੇ ਵਿਕਾਰਾਂ ਦੇ ਬੇੜੇ ਤੋਂ ਉਤਰ ਕੇ ਨਾਮ ਦੇ ਬੇੜੇ ਤੇ ਚੜ ਕੇ ਅਸੀਂ ਆਪਣੇ ਇਹ ਸੰਸਾਰ ਸਮੁੰਦਰ ਨੂੰ ਪਾਰ ਕਰ ਸਕਦੇ ਹਾਂ ਜੀ। ਗੁਰ ਪ੍ਰਸਾਦੀ ਉਬਰੇ ਸਾਚਾ ਨਾਮ ਸਮਾਲ। ਸਤ ਗੁਰੂ ਹੈ ਬੋਹਿ ਥਾ ਸ਼ਬਦ ਲੰਗਾਵਣ ਹਾਰ। ਉਹ ਜਹਾਜ਼ ਦਾ
ਕਪਤਾਨ ਕੌਣ ਹੈ? ਉਹ ਮਹਾਤਮਾ, ਉਹ ਗੁਰੂ ਹੈ। ਸ਼ਬਦ ਉਹਦਾ ਜਹਾਜ਼ ਹੈ। ਉਸ ਬੇੜੇ ਨੂੰ ਚਲਾਉਣ ਵਾਲਾ ਉਹ ਮਲਾਹ ਹੈ। ਕਬੀਰ ਸਾਹਿਬ ਕਹਿੰਦੇ ਆ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ, ਜੇ ਤਿਸ ਭਾਵੈ ਤੇ ਹੁਕਮ ਮਨਾਵੈ, ਇਸ ਬੇੜੇ ਨੂੰ ਪਾਰ ਲਗਾਵੈ। ਸੰਤ ਮਹਾਤਮਾ ਇਹ ਨਹੀਂ ਕਹਿੰਦੇ ਕਿ ਸਾਡੇ ਕੋਲੇ ਪੁੰਨੀ ਆਉਣ। ਇਹ ਜ਼ਰੂਰ ਹੈ ਕਿ ਜਿਹੜੇ ਇਹਦੋਂ ਪਿੱਛੇ ਕਰ ਲਏ ਅਸੀਂ ਬੁਰੇ ਭੈੜੇ ਖੋਟੇ ਕਰਮ, ਜਦ ਨਾਮ ਲੈ ਲਿਆ ਹੈ ਸਾਨੂੰ ਉੱਥੇ ਲਖੀਰ ਕੱਢ ਦੇਣੀ ਚਾਹੀਦੀ ਹੈ, ਖੜ ਜਾਣਾ ਚਾਹੀਦਾ ਹੈ। ਜੇ ਨਾਮ ਲੈ ਕੇ ਵੀ ਅਸੀਂ ਉਹੀ ਭੈੜੇ ਖੋਟੇ ਕਰਮ ਕਰਦੇ ਰਹੇ ਤਾਂ ਗੁਰੂ ਵਿਚਾਰਾ ਕਿਆ ਕਰੇ? ਜੇ ਸਿੱਖਨ ਮੇ ਚੂਕ, ਅੰਧੇ ਏਕ ਨਾ ਲੱਗੀ, ਜੇ ਵਾਸ ਬਜਾਈ ਫੂਕ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ, ਸਤਿਗੁਰੂ ਹੈ ਬੋਇਥਾ ਸ਼ਬਦ ਲੰਗਾ। ਉਸ ਜਹਾਜ਼ ਦਾ ਜਿਹੜਾ ਨਾਮ ਦਾ ਜਹਾਜ਼ ਹੈ, ਕਹਿਣ ਲੱਗੇ ਉਸ ਦਾ ਮਲਾਹ ਗੁਰੂ ਖੁਦ ਹੀ ਹੈ, ਸੰਤ ਖੁਦ ਹੀ ਹੈ। ਉਹ ਉਹਨਾਂ ਲਹਿਰਾਂ ਦਾ ਭਵਜਲ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਹਨ ਉਹ ਵਾਕਫ ਹੁੰਦਾ ਹੈ। ਉਸ ਸੰਗ ਦੇ ਜ਼ਰੀਏ ਸਾਨੂੰ ਪਿਆਰ ਨਾਲ ਸਮਝਾਉਂਦਾ ਹੈ ਕਿ ਕਾਮ ਦਾ ਕੀ ਨੁਕਸਾਨ ਹੈ। ਬਈ ਕਾਮ ਔਰ ਨਾਮ ਦੀ ਦੁਸ਼ਮਣੀ ਹੈ। ਜਿੱਥੇ ਕਾਮ ਹੈ ਉੱਥੇ ਨਾਮ ਪ੍ਰਗਟ ਨਹੀਂ ਹੁੰਦਾਗਾ। ਕ੍ਰੋਧੀ ਆਦਮੀ ਦਾ ਖਿਆਲ ਹੀ ਇਕੱਠਾ ਨਹੀਂ ਹੁੰਦਾਗਾ। ਇਸ ਵਾਸਤੇ ਉਸ ਸੰਗ ਦੇ ਜ਼ਰੀਏ ਸਾਨੂੰ ਨਾਮ ਦੇ ਫਾਇਦੇ ਦੱਸਦਾ ਹੈ। ਜਿਤਨੀਆਂ ਵੀ ਅਸੀਂ ਵਿਰੋਧੀ ਤਾਕਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਚਿੰਬੜੇ ਹੋਏ ਆ, ਇਹਨਾਂ ਦਾ ਨੁਕਸਾਨ ਦੱਸਦਾ ਹੈ। ਕੁਛ ਇਸ ਸੰਗ ਦੇ ਜ਼ਰੀਏ ਛੱਡ ਜਾਂਦੇ ਹੈ, ਕੁਛ ਨਾਮ ਦੇ ਅਭਿਆਸ ਨਾਲ ਸਾਨੂੰ ਅੰਦਰੋਂ ਮਦਦ ਮਿਲਦੀ ਹੈ, ਕੁਛ ਉਹ ਮਹਾਤਮਾ ਦਇਆ ਮੇਰ ਕਰਦਾ ਹੈ, ਕਿਉਂਕਿ ਦਇਆ ਲੈ ਕੇ ਹੀ ਆਉਂਦੇ ਹੈ। ਮਹਾਰਾਜ ਜੀ ਕਹਿੰਦੇ ਹੁੰਦੇ ਸੰਤ ਗਰੀਬ ਨਵਾਜ ਹੁੰਦੇ ਹੈ ਜੀ। ਸਤ ਗੁਰੂ ਹੈ ਬੋਹਿਥਾ, ਸ਼ਬਦ ਲੰਗਾਵਣ ਹਾਰ, ਇਥੇ ਪਵਨ ਨਾ ਪਾਵਕੋ, ਨਾ ਜਲ ਨਾ ਆਕਾਰ। ਹੁਣ ਸਿੱਖ ਪੁੱਛਦਾ ਹੈ ਕਿ ਮਹਾਰਾਜ ਜੀ, ਜਿਸ ਤੁਸੀਂ ਜਹਾਜ਼ ਦਾ ਜ਼ਿਕਰ ਕਰਦੇ ਹੋ, ਕਿਉਂਕਿ ਬਾਹਰਲੇ ਜਿਤਨੇ ਵੀ ਜਹਾਜ਼ ਹਨ ਇਹ ਕਿਸੇ ਨਾ ਕਿਸੇ ਮਟੀਰੀਅਲ ਪਦਾਰਥ ਦੇ ਬਣੇ ਹੋਏ ਹਨ। ਜਿਹੜਾ ਤੁਹਾਡਾ ਨਾਮ ਦਾ ਜਹਾਜ਼ ਹੈ ਉਹ ਕਿਹੜੀ ਧਾਤੂ ਦਾ ਬਣਿਆ ਹੋਇਆ ਹੈ? ਬਾਹਰਲੇ ਜਿਤਨੇ ਵੀ ਜਹਾਜ਼ ਹਨ ਉਹ ਸਾਰੇ ਪੈਟਰੋਲ ਦੀ ਮਦਦ ਨਾਲ ਚੱਲਦੇ ਹੈ, ਤੇਲ ਦੀ ਮਦਦ ਨਾਲ ਚੱਲਦੇ ਹੈ। ਜਿਹੜਾ ਤੁਹਾਡਾ ਜਹਾਜ਼ ਹੈ ਉਹ ਕਿਸ ਮਦਦ ਦੇ ਨਾਲ ਚੱਲਦਾ ਹੈ? ਕਿਹੜਾ ਉਹਦੇ ਵਿੱਚ ਪੈਟਰੋਲ ਭਰਦੇ ਹੋ, ਕਿਹੜਾ ਤੁਸੀਂ ਤੇਲ ਭਰਦੇ ਹੋ? ਤੋ ਗੁਰੂ ਨਾਨਕ ਦੇਵ ਜੀ ਜਵਾਬ ਦਿੰਦੇ ਹੈ, ਤਿੱਥੈ ਪਵਨ ਨਾ ਪਾਵਕੋ, ਨਾ ਜਲ ਨਾ ਆਕਾਰ। ਆਪ ਕਹਿਣ ਲੱਗੇ ਉਹ ਜਹਾਜ਼ ਇਹਨਾਂ ਅੱਖਾਂ ਨਾਲ ਅਸੀਂ ਦੇਖ ਨਹੀਂ ਸਕਦੇ। ਨਾ ਉਹ ਪਾਣੀ ਨਾਲ ਚੱਲਦਾ ਹੈ, ਨਾ ਉਹ ਅਗਨੀ ਨਾਲ ਚੱਲਦਾ ਹੈ। ਦੁਨੀਆ ਦੇ ਕਿਸੇ ਮਟੀਰੀਅਲ ਪਦਾਰਥ ਦਾ ਨਹੀਂ ਬਣਿਆ ਹੋਇਆ, ਉਹ ਇਹਨਾਂ ਪੰਜਾਂ ਤੱਤਾਂ ਦਾ ਹੀ ਨਹੀਂ ਬਣਿਆ ਹੋਇਆ ਜੀ। ਇਥੇ ਪਵਨ ਨਾ ਪਾਵਕੋ, ਨਾ ਜਲ ਨਾ ਆਕਾਰ, ਤਿਥੇ ਸੱਚਾ ਸਾਚ ਨਾਈ, ਪਵ ਜਲ ਹੁਣ ਆਪ ਪਿਆਰ ਨਾਲ ਕਹਿੰਦੇ ਹੈ ਕਿ ਦੁਨੀਆ ਦੇ ਜਹਾਜ਼ ਦੇ ਅੰਦਰ ਗਿਣਤੀ ਕੀਤੀ ਜਾਂਦੀ ਹੈ ਕਿ ਇਤਨੇ ਹੀ ਇਸ ਵਿੱਚ ਵਜਨ ਲੱਦ ਸਕਦੇ ਹੈ, ਇਤਨੀਆਂ ਸਵਾਰੀਆਂ ਬੈਠ ਸਕਦੀਆਂ ਹਨ। ਲੇਕਿਨ ਜੋ ਸੰਤ ਮਹਾਤਮਾ ਨਾਮ ਦਾ ਜਹਾਜ਼ ਲੈ ਕੇ ਆਉਂਦੇ ਹੈ ਉਹਦੇ ਵਿੱਚ ਇਹ ਨਹੀਂ, ਬੇਸ਼ੱਕ ਕਿਸੇ ਜਾਤੀ ਦਾ ਹੋਵੇ, ਕਿਸੇ ਕੌਮ ਦਾ ਹੋਵੇ, ਤਾਂ ਕਿਤਨੇ ਹੀ ਉੱਥੇ ਜਾ ਕੇ ਬੈਠ ਸਕਦੇ ਹੈ। ਆਪ ਪਿਆਰ ਨਾਲ ਕਹਿੰਦੇ ਹੈ ਕਿ ਗੁਰਮੁਖ ਕੂਟ ਉਧਾਰਦਾ ਦੇ ਨਾਵਾ ਇੱਕ ਕਣੀ। ਅਗਰ ਕੋਈ ਸੱਚੇ ਦਿਲੋਂ ਕਰੋੜਾਂ ਜੀਵ ਵੀ ਆ ਜਾਵੇ, ਇਸ ਤੋਂ ਵੱਧ ਵੀ ਆ ਜਾਵੇ,
ਤੋ ਉਹਨਾਂ ਨੂੰ ਪ੍ਰਮਾਤਮਾ ਨੇ ਆਗਿਆ ਦਿੱਤੀ ਹੁੰਦੀ ਹੈ ਕਿ ਜਿੰਨਿਆਂ ਵੀ ਜੀਵਾਂ ਨੂੰ ਤੁਸੀਂ ਲਿਆਓਗੇ ਅਸੀਂ ਉਹਨਾਂ ਨੂੰ ਮਾਫੀ ਦੇਵਾਂਗੇ। ਉਹ ਮਾਫੀ ਦਿਵਾਉਣ ਵਾਸਤੇ ਹੀ ਆਉਂਦੇ ਹੈ। ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਤਿੱਥਾ ਸੱਚਾ ਸਚਨਾ ਹੈ। ਉੱਥੇ ਨਾਮ ਦਾ ਹੀ ਆਸਰਾ ਹੈ, ਨਾਮ ਦੀ ਹੀ ਤਾਕਤ ਹੈ। ਤੋ ਨਾਮ ਦੀ ਜਦੋਂ ਮਹਾਤਮਾ ਇੰਨੀ ਮਹਿਮਾ ਗਾਉਂਦੇ ਹੈ ਕਿ ਉਹ ਨਾਮ ਲਫ਼ਜ਼ ਹੈ, ਕਹਿਣ ਲੱਗੇ ਨਹੀਂ, ਨਾਮ ਉਹ ਤਾਕਤ ਹੈ ਜਿਸ ਨੇ ਸਾਰੀ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਜਿਸ ਦੇ ਆਧਾਰ ਤੇ ਸਾਡੇ ਖੰਡ ਬ੍ਰਹਮੰਡ ਚੱਲ ਰਹੇ ਹੈ ਜੀ। ਤਿਥੈ ਸੱਚਾ ਸਚ ਨਾਈ ਪਵ ਜਲ ਤਾਰ ਗੁਰਮੁਖ ਲੰਗੇ ਸੇ ਪਾਰ ਪਏ ਸੱਚੇ ਸਿਉ ਲਿਵ ਲਾਈ। ਹੁਣ ਸਿੱਖ ਸਵਾਲ ਕਰਦਾ ਗੁਰੂ ਨਾਨਕ ਤੇ ਕਿ ਮਹਾਰਾਜ ਜੀ, ਕੀ ਕੋਈ ਇਸ ਜਹਾਜ਼ ਤੇ ਨਾਮ ਦੇ ਤੇ ਚੜ੍ਹ ਕੇ ਕੋਈ ਪਾਰ ਵੀ ਹੋਇਆ ਹੈ? ਇਸ ਭਵਜਲ ਨੂੰ ਕੋਈ ਤਰਿਆ ਵੀ ਹੈ? ਤੋ ਗੁਰੂ ਨਾਨਕ ਸਾਹਿਬ ਪਿਆਰ ਨਾਲ ਕਹਿੰਦੇ ਹਾਂ ਬਈ, ਜੋ ਗੁਰਮੁਖ ਬਣ ਜਾਂਦੇ ਹੈ। ਗੁਰਮੁਖ ਕਦ ਬਣਦੇ ਹੈ ਕਿ ਪਹਿਲਾਂ ਸਾਡੀ ਆਤਮਾ ਸਥੂਲ ਪੜਦਾ ਹੈ, ਇਸ ਦੇ ਅੰਦਰ ਸੂਖਸ਼ਮ ਹੈ, ਉਸ ਦੇ ਅੰਦਰ ਕਾਰਨ ਹੈ। ਜਿਵੇਂ ਇੱਕ ਪਰਦੇ ਦੇ ਪਿੰਜਰੇ ਦੇ ਅੰਦਰ ਦੂਸਰਾ ਹੈ, ਦੂਸਰੇ ਦੇ ਅੰਦਰ ਤੀਸਰਾ ਹੈ। ਜਦੋਂ ਅਸੀਂ ਆਪ ਦੀ ਆਤਮਾ ਤੋਂ ਤਿੰਨੇ ਪਰਦੇ ਲਾ ਲੈਂਦੇ ਹਾਂ, ਬ੍ਰਹਮ ਪਾਰ ਬ੍ਰਹਮ ਦੇ ਉੱਪਰ ਜਾ ਵੜਦੇ ਹਾਂ, ਫਿਰ ਸਾਡੀ ਆਤਮਾ ਨੂੰ ਪਤਾ ਲੱਗਦਾ ਹੈ ਕਿ ਮੇਰਾ ਵੀ ਕੋਈ ਪ੍ਰਮਾਤਮਾ ਹੈ। ਲਿੰਗ ਭੇਦ ਮੈਂ ਦੱਸਦਾ ਨਾ ਉਦੋਂ ਨੀਚੇ ਨੀਚੇ ਹੀ ਹੁੰਦਾ ਹੈ, ਔਰਤ ਔਰ ਮਰਦ ਦਾ। ਉੱਥੇ ਜਾ ਕੇ ਆਤਮਾ ਹੈ, ਉੱਥੇ ਪਹੁੰਚੀ ਹੋਈ ਆਤਮਾ ਇਹ ਭੇਦ ਭਾਵ ਭੁੱਲ ਜਾਂਦੀ ਹੈ ਕਿ ਮੈਂ ਅਮਰੀਕਾ ਦੇ ਰਹਿਣ ਵਾਲੀ ਹਾਂ ਜਾਂ ਹਿੰਦੁਸਤਾਨ ਦੇ ਰਹਿਣ ਵਾਲੀ ਹਾਂ, ਜਾਂ ਮੈਂ ਕਿਸ ਜਾਤੀ ਚੋਂ ਆਈ ਹਾਂ। ਕਿਉਂਕਿ ਉੱਥੇ ਜਾਤੀ ਪਾਤੀ ਦਾ ਜਾਂ ਮੁਲਕ ਦਾ ਸਵਾਲ ਨਹੀਂ, ਉੱਥੇ ਤਾਂ ਆਤਮਾ ਹੈ। ਤੋ ਗੁਰੂ ਦੀ ਮਦਦ ਨਾਲ ਜਦ ਤੇ ਇਸ ਤੋਂ ਵੀ ਉੱਪਰ ਆਪਣੇ ਘਰ ਤਿੰਨਾਂ ਗੁਣਾਂ ਤੋਂ ਉੱਪਰ ਸੱਚਖੰਡ ਵਿੱਚ ਪਹੁੰਚ ਜਾਂਦੀ ਹੈ, ਉਹ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ, ਕਹਿਣ ਲੱਗੇ ਉਹ ਲੋਕ ਪਾਰ ਹੋ ਜਾਂਦੇ ਹੈ। ਗੁਰਮੁਖ ਲੰਘੇ ਉੱਥੇ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ। ਆਪ ਕਹਿੰਦੇ ਤ੍ਰੇਹਾਂ ਗੁਣਾਂ ਵਿੱਚ ਸਹਿਜ ਨਾ ਪਾਏ, ਤ੍ਰੈ ਗੁਣ ਪਰਮ ਭੁਲਾਏ। ਆਪ ਕਹਿੰਦੇ ਜਿੰਨਾ ਚਿਰ ਅਸੀਂ ਰਜੋ ਗੁਣ, ਤਮੋ ਗੁਣ, ਸਤੋ ਗੁਣ ਔਰ ਇਹ ਸਾਰੇ ਪੜਦੇ ਲਾ ਕੇ ਉੱਪਰ ਨਹੀਂ ਜਾਂਦੇ ਗਏ, ਉਹਨਾਂ ਚਿਰ ਅਸੀਂ ਭਰਮ ਦੇ ਵਿੱਚ ਹੈ, ਮੌਤ ਔਰ ਪਦੈਸ਼ ਦੇ ਵਿੱਚ ਹੈ। ਜੋ ਗੁਰਮੁਖ ਬਣ ਜਾਂਦੇ ਹੈ, ਸੱਚੇ ਪ੍ਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ, ਉਹ ਪਾਰ ਹੋ ਗਏ ਹੈ। ਬਾਕੀ ਜਿਹੜੇ ਉਹਨਾਂ ਦਾ ਆਸਰਾ ਲੈ ਲੈਂਦੇ ਹੈ, ਪਿਆਰਿਆਂ ਦੇ ਪਿਆਰੇ ਵੀ ਹੁੰਦੇ ਹੈ, ਉਹ ਵੀ ਤਰ ਜਾਂਦੇ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਬਈ ਗੁਰੂ ਨੂੰ, ਸੰਤਾਂ ਨੂੰ ਕਿਸੇ ਦੇ ਪਿਆਰ ਦੀ ਜ਼ਰੂਰਤ ਨਹੀਂ ਹੁੰਦੀਗੀ, ਉਹ ਤਾਂ ਆਪ ਆਪਣੇ ਗੁਰੂ ਦੇ ਪਿਆਰ ਵਿੱਚ ਮਸਤ ਹੁੰਦੇ ਹੈ। ਲੇਕਿਨ ਜਦ ਤੱਕ ਸੇਵਕ ਸੱਚਾ ਸੁੱਚਾ ਉੱਚਾ ਪਿਆਰ ਗੁਰੂ ਨਾਲ ਨਹੀਂ ਕਰਦਾਗਾ, ਇਹਨੂੰ ਦੁਨੀਆ ਦਾ ਪਿਆਰ ਛੱਡਣ ਦਾ ਬਲ ਹੀ ਨਹੀਂ ਮਿਲ ਸਕਦਾਗਾ। ਗੁਰੂ ਨਾਲ ਪਿਆਰ ਕਰਨ ਦਾ ਮਤਲਬ ਇਤਨਾ ਹੀ ਹੁੰਦਾ ਹੈ ਪਿਆਰਿਓ ਕਿ ਅਸੀਂ ਦੁਨੀਆ ਦੇ ਪਿਆਰ ਦੇ ਵਿੱਚ ਤਦ ਹੀ ਕਮੀ ਕਰ ਸਕਦੇ ਹਾਂ। ਤਾਂ ਤੁਸੀਂ ਭਜਨ 'ਚ ਵੀ ਪੜ੍ਹਦੇ ਹੋ, ਨਾਮ ਜਪਣਾ ਕਲ ਵਿੱਚ ਔਖਾ ਹੈ, ਸ਼ਰਨੀ ਪੈ ਜਾਣਾ ਸੌਖਾ ਹੈ। ਗੁਰਮੁਖ ਲੰਗੇ ਸੇ ਪਾਰ ਪਏ ਸੱਚੇ ਸਿਉ ਲਿਵ ਲਾਈ। ਆਵਾ ਗੌਣ ਨਿਵਾਰਿਆ ਜੋਤੀ ਜੋਤ ਮਿਲਾਈ। ਗੁਰੂ ਨਾਨਕ ਸਾਹਿਬ ਕਹਿੰਦੇ ਗੁਰਮੁਖਾਂ ਦਾ ਸੰਸਾਰ ਦੇ ਵਿੱਚ ਵਾਰ-ਵਾਰ ਭੂਤਾਂ ਦੀ ਤਰ੍ਹਾਂ ਨਹੀਂ ਆਉਣਾਗਾ ਹੁੰਦਾ। ਉਹਨਾਂ ਦੀ ਜੋਤੀ ਉਹ ਜੋਤ ਵਿੱਚ, ਪਰਮ ਜੋਤ ਵਿੱਚ ਜਾ ਕੇ ਮਿਲ ਜਾਂਦੀ ਹੈ। ਆਤਮਾ ਪਰਮਾਤਮਾ ਵਿੱਚ ਮਿਲ ਕੇ ਪਰਮਾਤਮਾ ਬਣ ਜਾਂਦੀ ਹੈ ਜੀ। ਆਵਾ ਗੌਣ ਨਿਵਾਰਿਆ
ज्योति ज्योत मिलाई, उर्मति सहज उपजै, सचर है समाई। ਹੁਣ ਆਪ ਪਿਆਰ ਦੇ ਨਾਲ ਦੱਸਦੇ ਆ ਕਿ ਦੋ ਮਤਾਂ ਹਨ। ਮੁਸਲਮਾਨਾਂ ਨੇ ਵੀ ਦੋ ਪ੍ਰਕਾਰ ਦੀ ਮਤ ਬਿਆਨ ਕੀਤੀ ਹੈ, ਇੱਕ ਸ਼ੈਤਾਨ ਮਤ ਹੈ, ਇੱਕ ਰਹਿਮਾਨ ਹੈ। ਸਾਡੇ ਹਿੰਦੂਆਂ ਦੇ ਅੰਦਰ ਇਹਨੂੰ ਮਨ ਮਤ ਔਰ ਗੁਰੂ ਮਤ ਕਰਕੇ ਬਿਆਨ ਕੀਤਾ ਹੈ। ਕਹਿੰਦੇ ਜਦੋਂ ਅਸੀਂ ਆਪ ਦੇ ਮਨ ਦੀ ਮਤ ਛੱਡ ਦਿੰਦੇ ਹਾਂ, ਮਨ ਮਤ ਕੀ ਹੈ ਕਿ ਜੋ ਮਨ ਵਿੱਚ ਆਇਆ ਉਹ ਕਰ ਲਿਆ। ਮਨ ਇਹ ਨਹੀਂ ਸਮਝ ਦਿੰਦਾ ਕਿ ਇਸ ਕਰਮ ਦਾ ਕੀ ਨਤੀਜਾ ਮਿਲੇਗਾ। ਮਨ ਨੇ ਕਿਹਾ ਸ਼ਰਾਬ ਪੀ ਲਈ, ਮਨ ਨੇ ਕਿਹਾ ਕਿਸੇ ਨਾਲ ਲੜਾਈ ਝਗੜਾ ਕਰ ਲਿਆ, ਜੋ ਕੁਛ ਮਨ ਨੇ ਕਿਹਾ ਉਹ ਕਰ ਲਿਆ। ਕਬੀਰ ਸਾਹਿਬ ਕਹਿੰਦੇ ਮਨ ਮਰੀਦ ਸੰਸਾਰ ਹੈ, ਗੁਰੂ ਮਰੀਦ ਕੋਈ ਸਾਧ, ਜਿਨ ਐਸਾ ਕਰ ਬੂਝਿਆ ਤੇ ਤਾਂ ਕਾ ਮਤਾ ਆਗਾਦ। ਮਰੀਦ ਕਹਿੰਦੇ ਮੁਰਦੇ ਨੂੰ। तो असी जीव जेड़े हैं मन दे के मुर्दे हुए बैठे हैं। मन जो कहता असी करते हैं, तो बाद में मन पछतावा भी लाता है कि तू बुराई की है, ये बुराई करा के दसदा है। तो इस वास्ते आप कहते गुरु मरीद कोई साध, गुरु दा मरीद बिरला बिरला कोई भागा वाला हुंदा है। तो कहते जो असी मन की मत छड्ड के गुरु दे मत ते चलते हैं, फिर असी वो सहज अवस्था प्राप्त करते हैं जी। उर्मति सहज उपजै, सचर है समाई, साप पिंडाई पाइए, बिख अंतर मन रोस। गुरु नानक ने उपर गुरमुखां दी महिमा गाई, नाम दी महिमा गाई। हुण आप प्यार ना कहंदे है कि सियाणा तो सुनते हैं कि पुराने थेहां दे अंदर खजाने भी दबे दबाए रह जाते हैं। कहने लगे कि अगर असी उथों धन खजाने जो निकालना है तो उत्थे सप भी सुनते हैं भी रहिंदा है। अगर उस सप नूं असी या पकड़ लीए या उस नूं मार दईए तां ही असी उह खजाने नूं प्राप्त कर सकते हैं। तो संत कहते हैं कि सब कुछ घर में बाहर नाही, बाहर टोला सो परम भलाही। जो भी खंड ब्रह्मंड हन जिसका असी जिक्र करते हैं, सब संतां ने बाणी विच कीता है। वो कहते हो बाहर नहीं, तुहाडे शरीर अंदर है, वो कुल परमात्मा भी उहदे अंदर है। पर इस खजाने दे उत्ते सिख कहता है जब सारा कुछ मेरे अंदर है तो मैं प्राप्त क्यों नहीं कर सकता। तो गुरु नानक कहते इहदे उपर मन रूपी सप बैठा है। जब तक वो सप जिहड़ा है वो साडे वस विच नहीं आउंदा, असी पकड़ नहीं लेंदे गए, उतना चिर असी ये खजाने नूं आपदे अंदरों निकाल नहीं सकते। ना खंड वेख सकते, ना ब्रह्मांड देख सकते हैं, ना असी नाम ना मिलाप कर सकते हैं। तो अगे प्यार ना दसदे है कि किस तरह असी उस सप नूं पकड़ना है, उस सप दी की दवाई है, कित्थों मिलदी है जी। साप पिंडाई पाइए, बिख अंतर मन रोस। लगे शरीर जड़ा है ये पटियारी है, मन रूपी सप भी इहदे विच है। हुण जब आपां सप नूं जरहीले नूं पटियारी अंदर बंद करते हैं, ਉਹਦੇ अंदर ਜ਼ਹਿਰ ਪਹਿਲਾਂ ਨਾਲੋਂ भी ज्यादा ਹੁੰਦਾ, गुस्सा भी ज्यादा ਹੁੰਦਾ है। तो आपां उस नूं पटियारी ਦੇ ਵਿੱਚ ਬੰਦ ਕਰਕੇ ਉਹਦੇ ਜ਼ਹਿਰ ਤੋਂ ਆਪਾਂ ਬੇਫਿਕਰ नहीं हो सकते गे। ਉਹਦੇ ਡੰਗ ਦਾ ਡਰ ਲੱਗਿਆ ਹੀ ਰਹਿੰਦਾ ਹੈ। साप पिंडाई पाइए,
बिखे अंतर मन रोस पूरब लिखिया पाइए किसनो दीजे दोष। ऋषियां मुनियां ने कोई कसर नहीं छड़ीगी। 88,000 बरस सिरिंगी ऋषि ने तप किया। राजे दशरथ दियां भेजियां होइयां औरतां ने उस नूं गिरा दिता। ये मन का ढंग सीगा, इस सप दा, उस मन रूपी सप दा ढंग सीगा। इसे तरह विश्वामित्र ने 60,000 वर्ष तप किया। स्वर्गां चों मेनका आई, उसने डंग मारिया, उसनूं काबू कर लिया, संकुदला पैदा कर दी। इसे तरह 88,000 बरस पारासुर ऋषि ने किया। पूर्ण योगी बन के घर नूं आ रहा सीगा, वो भी मशोदरी ते मारिया गया। तो कोई ऋषियां मुनियां ने तप थोड़ा नहीं किया, अभ्यास थोड़ा नहीं किया सीगा। असी उन्होंने कोई बुरे नहीं कहते गए, वो बड़े बहादुर सन। तुसी देखो 1 घंटा अभ्यास से बैठते हो, कितनी शिकायत हन। तो ऋषियां मुनियां ने कितना लंबा तप किया सीगा। वो क्यों गिरे, क्यों मन के डंग बैठा गए? उन्होंने कोई पूरा गुरु नहीं मिलिया सीगा। अगर पूरा गुरु मिलिया हुंदा ते इन्हां खतरियां दा उन्हें जाणू कराउंदा, दवाई दिंदा। तो गुरु नानक कहने लगे कि किसी ने कोई कसर नहीं छड्डी खोज दी। तो आप कहते पूर्व लिखिया पाइए किसनों दीजा दोष। किनू दोष है बे? गुरु नानक कहते हैं भागहीन गुरु ना मिले निकट बैठा नित पास। वो परमात्मा कृपा ना करे, मेहर ना करे, वो अक्षर मत्थे विच ना लिखे गुरु दे मिलाप दा, भावें घरे भी पैदा क्यों ना हो जाए, महात्मा गमांड च क्यों ना रहन लग जावे। गुरु नानक कहते जिन्ना धुरों हर लिखिया, जिन्ना मस्तक धुरों हर लिखिया, तिन सतगुर मिलिया। अज्ञान अंधेरा कटिया, गुर ज्ञान घट बलिया। हर लब्धा रतन पदार्थो फिर बहुत न चलिया। नानक नाम उराध्या अराध हर मिलिया। जी पूरब लिखिया पाइए किसनो दीजे दोष। गुरमुख गारड़ जे सुने मन्ने नाओ संतोष। आप प्यार ना कहते हैं साढ़े उथे राजस्थान के अंदर अगर किसी दे सप लड़ जावे तो वो मांदरी नूं बुलाउण वास्ते जांदे है। उहनूं कहंदे आ गालड़ू। जिहड़ा मंत्र पढ़दा है उसनूं कहंदे आ गरड़। सो इस वास्ते आप कहने लगे जिहड़ा मन रूपी सप है, ਇਹਦਾ जो झाड़ा है मंत्र है, ਇਹਦੇ ਜ਼ਹਿਰ ਨੂੰ दूर करने वास्ते तो गुरमुख गारड़ू हुंदा है। वो भी इसदे ਜ਼ਹਿਰ ਨੂੰ दूर करने वास्ते अपना मंत्र वो गलड़ दिंदा है। जिवें जिवें असीं उस मंत्र ਨੂੰ जपदे हैं उसे तरह ये मन का जिहड़ा ਜ਼ਹਿਰ है वो उतरना शुरू हो जाता है। जी गुरमुख गारड़ जे सुने मन्ने नाओ संतोष। मागर माछ फाहाइए कुंडी जाल गुरु नानक देव जी महाराज एक होर मिसाल दे के समझाउंदे है। मगरमच्छ दी समुद्रां दे विच हुंदे है, गहरियां च उन्हां नूं अपनी ताकत दा भी ज्ञान नहीं हुंदागा। छोटे मोटे बेड़ियां नूं तो पासा मार के उल्टा दिंदे है, लेकिन उस दे अंदर कमजोरी है। शिकारी लोकां नूं पता हुंदा है
कि ਉਸ ਦੇ ਅੰਦਰ ਕੀ ਕਮਜ਼ੋਰੀ ਹੈ। ਉਹ ਜੀਵ ਦਾ ਉਹਨੂੰ ਚਸਕਾ ਹੁੰਦਾ ਹੈ, ਉਹ ਕੁੰਡੀ ਨੂੰ ਗੋਸ਼ਤ ਲਾ ਕੇ ਸਮੁੰਦਰ ਵਿੱਚ ਸਿੱਟ ਦਿੰਦੇ ਹੈ। ਉਹ ਸਬਰ ਨਹੀਂ ਕਰਦਾ, ਕੁੰਡੀ ਹਲਕ ਵਿੱਚ ਫਸਾ ਲੈਂਦਾ ਹੈ। ਜਦ ਉਹ ਖਿੱਚਦੇ ਆ ਸਾਥ ਹੀ ਆ ਜਾਂਦਾ ਹੈ। ਸ਼ਿਕਾਰੀ ਉਸ ਨੂੰ ਕੱਟ ਕੇ ਕੀਮਾ ਕੀਮਾ ਕਰ ਦਿੰਦੇ ਹੈ, ਉਹਨੂੰ ਹਾਂਡੀਆਂ ਚੜ੍ਹਨਾ ਪੈਂਦਾ ਹੈ। ਤੋ ਇੱਕ ਛੋਟੀ ਜੀ ਕਮਜ਼ੋਰੀ ਪਿੱਛੇ ਕਿੰਨਾ ਵੱਡਾ ਤਾਕਤ ਵਾਲਾ ਜਾਨਵਰ ਜਿਹੜਾ ਸੀ ਉਹਨੂੰ ਹਾਂਡੀਆਂ ਚੜ੍ਹਨਾ ਪੈਂਦਾ ਹੈ ਜੀ। ਮਾਗਰ ਮੱਛ ਫਾਹਾਈਏ ਕੁੰਡੀ ਜਾਲ ਵਤਾਈ ਦੁਰਮਤ ਫਾਥਾ ਪਾਹੀਏ ਫਿਰ ਪਛੋਤਾਈ। ਜਦ ਹਾਂਡੀਆਂ ਤੇ ਚੜ੍ਹਨਾ ਪੈਂਦਾ ਹੈ ਫਿਰ ਪਛਤਾਉਂਦਾ ਹੈ। ਇਸੇ ਤਰ੍ਹਾਂ ਅਸੀਂ ਭੈੜੇ ਖੋਟੇ ਕਰਮ ਕਰਨ ਲੱਗੇ ਤਾਂ ਧਿਆਨ ਨਹੀਂ ਕਰਦੇ, ਤਵੱਜੋ ਨਹੀਂ ਦਿੰਦੇ ਗੇ, ਮਗਰੋਂ ਅਸੀਂ ਪਛਤਾਉਂਦੇ ਹਾਂ ਕਿ ਅਸੀਂ ਨਾ ਹੀ ਕਰਦੇ। ਹੁਣ ਤੁਸੀਂ ਸੋਚ ਕੇ ਦੇਖ ਲਓ, ਸੰਤ ਦੱਸਦੇ ਆ ਕਿ ਪਾਪ ਦੀ ਜੋ ਅਵਧੀ ਹੈ ਇਹ ਤਾਂ ਛੋਟੀ ਹੁੰਦੀ ਹੈ, ਲੇਕਿਨ ਸਜ਼ਾ ਬੜੀ ਲੰਬੀ ਹੁੰਦੀ ਹੈ। ਅਗਰ ਕੋਈ ਕਤਲ ਕਰਦਾ ਹੈ ਤਾਂ 1 ਸਕਿੰਟ ਲਾਉਂਦਾ ਹੈ, ਲੇਕਿਨ ਸਜ਼ਾ ਕਿਤਨੀ ਲੰਬੀ ਉਹਨੂੰ ਭੁਗਤਣੀ ਪੈਂਦੀ ਹੈ। ਸੋ ਇਸ ਵਾਸਤੇ ਆਪ ਕਹਿਣ ਲੱਗੇ ਅਸੀਂ ਯਾਰ ਖਾਈ ਵੀ ਜਾਂਦੇ ਹਾਂ, ਪੱਛੋਂ ਵੀ ਟਾਈ ਜਾਂਦੇ ਹਾਂ ਜੀ। ਦੁਰਮਤ ਫਾਥਾ ਪਾਹੀਏ ਫਿਰ ਪਛੋਤਾਈ ਜੰਮਣ ਮਰਨ ਨਾ ਸੂਝਈ ਕਿਰਤ ਨਾ ਮੇਟਿਆ ਜਾਈ। ਬਾਹਰ ਅਸੀਂ ਕਿਤਨੇ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਨੇਕ ਕਰਮ ਕਿਉਂ ਨਾ ਕਰ ਲਈਏ, ਤਾਂ ਵੀ ਅਸੀਂ ਮੌਤ ਔਰ ਪਦੈਸ਼ ਤੋਂ ਨਹੀਂ ਬਚ ਸਕਦੇ ਗੇ। ਬੁਰੇ ਕਰਮਾਂ ਵਾਸਤੇ ਤਾਂ ਸਾਨੂੰ ਨਰਕ ਔਰ 84 ਤਿਆਰ ਹੀ ਰਹਿੰਦੇ ਹੈ ਜੀ। ਜੰਮਣ ਮਰਨ ਨਾ ਸੂਝਈ ਕਿਰਤ ਨਾ ਮੇਟਿਆ ਜਾਈ। ਓਵੇਂ ਬਿਖ ਪਾਈ ਜਗਤ ਉਪਾਇਆ ਸ਼ਬਦ ਵਸੈ ਬਿਖ ਜਾਈ। ਗੁਰੂ ਨਾਨਕ ਸਾਹਿਬ ਦੀ ਬਾਣੀ ਬੜੀ ਸਮਝਣ ਵਾਲੀ ਹੈ। ਆਪਾਂ ਆਸਾ ਦੀ ਵਾਰ ਦੇ ਵਿੱਚ ਇੱਕ ਸ਼ਲੋਕ ਪੜ੍ਹਦੇ ਹਾਂ ਜੋ ਬੜਾ ਕੀਮਤੀ ਹੈ। ਕਹਿੰਦੇ ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਖਟਿਆ, ਹਉ ਵਿੱਚ ਲਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੁਇਆ, ਹਉ ਵਿੱਚ ਨਰਕ ਸੁਰਗ ਅਵਤਾਰ। ਆਪ ਕਹਿਣ ਲੱਗੇ ਜਿੱਥੇ ਵੀ ਜਾਂਦਾ ਹੈ ਉੱਥੇ ਹਉਮੈ ਲੱਗੀ ਹੋਈ ਹੈ। ਉਹ ਆਪ ਕਹਿਣ ਲੱਗੇ ਇਹਦਾ ਦਾਰੂ ਕੀ ਹੈ? ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹੇ। ਇਹ ਬੜਾ ਮਿੱਠੀ ਤਪਦਕ ਹੈ। ਹਉਮੈ ਕਿਹੜੀ ਹੈ? ਸਾਡੀ ਕੌਮ ਬਣੀ ਹੈ। ਸਾਡੀ ਜਿਹੜੀ ਕੌਮ ਹੈ ਇਹੀ ਸਾਰਿਆਂ ਨੂੰ ਅੱਛੀ ਹੈ। ਮੈਂ ਸਭ ਤੋਂ ਜ਼ਿਆਦਾ ਪੜ੍ਹਿਆ ਹੈ, ਮੇਰੇ ਜੈਸਾ ਧਨੀ ਕੌਣ ਹੈ? तो सारा दिन हौमा ही है। तो आप प्यार ना कहते हौमा दीर्घ रोग है, बड़ी मिठी तपदुख है, जिन्होंने लग जाती है पिछा नहीं छड़ देगी। तो आप कहने लगे दारू भी इस माहे, पर इस बीमारी के अंदर दारू भी वो परमात्मा ने रखी है। वो की है? वो शब्द नाम की दवाई है। कृपा करे जे अपनी ते गुर का शब्द कमाहे। ਉਹ ਪਰਮਾਤਮਾ ਜੀ ਦੇ ਤੇ ਕਿਰਪਾ ਕਰਦਾ ਹੈ, ਦਇਆ ਕਰਦਾ ਹੈ, ਉਹਨੂੰ ਕਿਸੇ ਮਹਾਤਮਾ ਦੀ ਸੰਗਤ ਔਰ ਸੋਭਤ ਵਿੱਚ ਲਿਆਉਂਦਾ ਹੈ। ਮਹਾਤਮਾ ਜਦ ਦਇਆ ਕਰਦੇ ਆ, ਕਿਰਪਾ ਕਰਦੇ ਆ, ਇਹਨੂੰ ਇਹ ਦਵਾਈ ਸ਼ਬਦ ਨਾਮ ਦੀ ਦੇ ਦਿੰਦੇ ਹੈ। ਜਦੋਂ ਅਸੀਂ ਸ਼ਬਦ ਨਾਮ ਦੀ ਦਵਾਈ ਕਿਹੜੀ ਖਾਂਦੇ ਹਾਂ? ਜਦੋਂ ਸਿਮਰਨ ਦੇ ਜ਼ਰੀਏ ਅਸੀਂ ਫੈਲੇ ਖਿਆਲ ਨੂੰ ਇਕੱਠਾ ਕਰਕੇ 9 ਦੁਆਰੇ ਖਾਲੀ ਕਰਕੇ ਉੱਪਰ ਸ਼ਬਦ ਦੇ ਨਾਲ ਜੁੜ ਜਾਂਦੇ ਹਾਂ। ਇਹ ਜਿਹੜਾ ਸੰਸਾਰ ਹੈ ਸਾਨੂੰ ਪਰਾਇਆ ਨਜ਼ਰ ਵਿੱਚ ਆਉਣ ਲੱਗ ਜਾਂਦਾ ਹੈ। ਤੋ ਸੰਤਾਂ ਦਾ ਮਕਸਦ ਇਹ ਨਹੀਂ ਹੁੰਦਾ ਕਿ ਅਸੀਂ ਸੰਸਾਰ ਛੱਡ ਦੇਣਾ ਹੈ ਜਾਂ ਬਾਲ ਬੱਚੇ ਛੱਡ ਕੇ ਜੰਗਲਾਂ ਪਹਾੜਾਂ 'ਚ ਛੁਪ ਜਾਣਾ ਹੈ। ਇਹ ਛੋਟੇ ਬੱਚੇ ਤੋਂ ਲੈ ਕੇ ਬੁੱਢੇ ਤੱਕ ਕਰ ਸਕਦਾ ਹੈ। ਗ੍ਰਸਤੀ ਲੋਕ ਆਸਾਨੀ ਨਾਲ ਇਸ ਨੂੰ
ਭਗਤੀ ਨੂੰ ਕਰ ਸਕਦੇ ਆ। ਗੁਰੂ ਨਾਨਕ ਸਾਹਿਬ ਕਹਿੰਦੇ ਸਤਿਗੁਰੂ ਪੂਰਾ ਭੇਟ ਗਏ ਪੂਰੀ ਹੋਵੇ ਜੁਗਤ। ਅਗਰ ਕੋਈ ਪੂਰਾ ਮਹਾਤਮਾ ਮਿਲ ਜਾਵੇ ਉਹ ਪੂਰੀ ਜੁਗਤ ਕੇ ਸੱਚਖੰਡ ਪਹੁੰਚਣ ਦੀ ਦੱਸ ਦਿੰਦਾ ਹੈ। ਜੁਗਤ ਹੀ ਨਹੀਂ ਦੱਸਦਾ, ਬਲਕਿ ਉਹ ਕਹਿੰਦਾ ਮੈਂ ਤੇਰੇ ਨਾਲ ਹੈ, ਤੂੰ ਆ ਤਾਂ ਸਹੀ। ਅਗਰ ਸੰਤ ਮਦਦ ਨਾ ਕਰਨ, ਗੁਰੂ ਨਾ ਕਰੇ, ਇੱਕ ਇੰਚ ਵੀ ਅੰਦਰ ਨਹੀਂ ਜਾ ਸਕਦਾ ਜੀ। ਮੈਂ ਬਿਖ ਪਾਈ ਜਗਤ ਉਪਾਇਆ, ਸ਼ਬਦ ਵਸੈ ਬਿਖ ਜਾਈ, ਜਰਾ ਜੋਏ ਨਾ ਸਕਈ, ਸਾਚ ਰਹਿ ਲਿਵਲਾਈ। ਆਪ ਕਹਿਣ ਲੱਗੇ ਜੋ ਸ਼ਬਦ ਨਾਮ ਦੀ ਕਮਾਈ ਕਰਦੇ ਹੈ, ਗੁਰਮੁਖਾਂ ਦੇ ਦੱਸੇ ਹੋਏ ਉਪਦੇਸ਼ ਤੇ ਚੱਲਦੇ ਹੈ, ਉਹਨਾਂ ਨੂੰ ਇਹ ਵਿਸ਼ੇ ਵਿਕਾਰਾਂ ਦਾ ਜਿਹੜਾ ਦੁੱਖ ਹੈ, ਕਸ਼ਟ ਹੈ, ਮੌਤ ਪਦੇਸ਼ ਦਾ, ਇਹ ਉਹਨਾਂ ਨੂੰ ਵਿਆਪਦਾ ਨਹੀਂਗਾ, ਕਿਉਂਕਿ ਉਹਨਾਂ ਦੀ ਲਿਵ ਪਰਮਾਤਮਾ ਨਾਲ ਲੱਗ ਜਾਂਦੀ ਹੈ। ਉਹ ਇਹਦੋਂ ਉੱਪਰ ਉੱਠ ਖੜਦੇ ਹੈ। ਦੁੱਖ ਸੁਖ ਵਿਆਪਤ ਨਹੀਂ, ਯਹਾਂ ਆਤਮ ਰਾਮ ਪ੍ਰਕਾਸ਼ ਜੀ। ਜਰਾ ਜੋਏ ਨਾ ਸਕਈ, ਸਾਚ ਰਹਿ ਲਿਵਲਾਈ, ਜੀਵਨ ਮੁਕਤ ਸੋ ਆਖੀਏ, ਜਿਸ ਵਿੱਚੋਂ ਹੋ ਮੈਂ ਜਾਈ। ਸਾਡੇ ਔਰ ਪ੍ਰਮਾਤਮਾ ਦੇ ਦਰਮਿਆਨ ਅਗਰ ਕੋਈ ਰੁਕਾਵਟ ਹੈ, ਉਹ ਸਾਡੀ ਹਉਮੈ ਹੰਕਾਰ ਦੀ ਹੈ। ਤੋ ਆਮ ਜਿਸ ਤਰ੍ਹਾਂ ਸਮਾਜਿਕ ਲੋਕ ਸਾਨੂੰ ਇਹ ਲਾਰਾ ਲਾਉਂਦੇ ਹੈ ਕਿ ਤੁਸੀਂ ਮਰਿਆਂ ਪਿੱਛੋਂ ਮੁਕਤ ਹੋ ਜਾਓਗੇ ਜਾਂ ਮਰਿਆਂ ਪਿੱਛੋਂ ਸਵਰਗਾਂ 'ਚ ਚਲੇ ਜਾਓਗੇ, ਇਹ ਝੂਠੇ ਲਾਰੇ ਹੈ। ਸੰਤ ਇਹਨਾਂ ਦਾ ਕੌਡੀ ਮੁੱਲ ਵੀ ਨਹੀਂ ਸਮਝਦੇ ਗਏ, ਕਿਉਂਕਿ ਕੀ ਪਤਾ ਹੈ ਕਿ ਮਰਿਆਂ ਪਿੱਛੋਂ ਅਸੀਂ ਕਿੱਥੇ ਜਾਣਾ ਹੈ। ਭਗਤ ਨਾਮਦੇਵ ਜੀ ਕਹਿੰਦੇ ਹੈ, ਮੂਆ ਹੋਇਆ ਜੇ ਮੁਕਤ ਦੇਵੋਗੇ, ਮੁਕਤ ਨਾ ਹੋਏ ਕੋਇਲਾ। ਇਹ ਕਾਦੀ ਮੁਕਤ ਹੈ? ਦੋ ਅਰਬੀ ਬਾਤ ਹੈ। ਜੋ ਜਿੰਦਾ ਅਨਪੜ੍ਹ ਹੈ, ਮੋਇਆ ਪਿੱਛੋਂ ਪਿਆਰਿਓ ਕਿਸ ਨੇ ਉਸ ਨੂੰ BA MA ਦੀ ਡਿਗਰੀ ਭੇਜ ਦੇਣੀ ਹੈ? ਜਿਹੜਾ ਜਿੰਦੇ ਜੀ ਠੱਗ ਹੈ, ਚੋਰ ਹੈ, ਸ਼ਰਾਬੀ ਕਬਾਬੀ ਹੈ, ਮਰਿਆਂ ਪਿੱਛੋਂ ਕੌਣ ਉਹਨੂੰ ਮਹਾਤਮਾ ਬਣਾਏਗਾ? ਨਹੀਂ, ਜੋ ਕੁਛ ਕਰਨਾ ਸੋ ਅਭੀ ਕਰਨਾ, ਅੱਗੇ ਦਾ ਨਾ ਭਰੋਸਾ ਧਰਨਾ। ਤੋ ਸੰਤ ਕਹਿੰਦੇ ਹੈ ਜੋ ਕੁਛ ਕਰਨਾ ਹੈ, ਜਦ ਅਸੀਂ ਸੰਤਾਂ ਦੇ ਦੱਸੇ ਹੋਏ ਉਪਦੇਸ਼ ਤੇ ਚੱਲਦੇ ਹਾਂ, ਬੁਰਾਈਆਂ ਤੋਂ ਬਚ ਗਏ ਹਾਂ, ਅੰਦਰ ਸ਼ਬਦ ਨਾਲ ਜੁੜ ਚੁੱਕੇ ਹਾਂ, ਉਹ ਕਹਿ ਸਕਦਾ ਹੈ ਕਿ ਮੈਂ ਮੁਕਤ ਹਾਂ। ਸੱਚ ਨੂੰ ਕੀ ਸਰਾਪ ਹੈ? ਮੈਂ ਜਦ ਵਾਇਰਸ ਦਾ ਇਮਤਿਹਾਨ ਨਸ਼ਹਿਰੇ ਸੀਮਾ ਪ੍ਰਾਂਤ ਦੇ ਵਿੱਚ ਦਿੱਤਾ ਹੈ, ਉੱਥੇ ਇੱਕ ਅੰਗਰੇਜ਼ ਅਫਸਰ ਹੀ ਸੀਗਾ, ਕਿਉਂਕਿ ਉਦੋਂ ਹਿੰਦੁਸਤਾਨ ਤੇ ਅੰਗਰੇਜ਼ਾਂ ਦਾ ਹੀ ਰਾਜ ਸੀਗਾ। ਉਹ ਬੜਾ ਇੱਕ ਸਖਤ ਸਾਡਾ ਟੈਸਟ ਸੀਗਾ। ਤੋ ਜਦ ਉਹ ਪੇਪਰ ਮੈਂ ਕੀਤਾ ਤੇ ਥੱਲੇ ਉਸਦੇ ਆਰ ਲਿਖ ਦਿੱਤੀ ਵੀ ਮੇਰਾ ਜਿਹੜਾ ਪੇਪਰ ਆ ਉਹ ਰਾਈਟ ਹੈ। ਤੋ ਸਾਡਾ ਉਸਤਾਦ ਕਲਾਸ ਦੇ ਅਲੱਗ ਫਿਰਦਾ ਸੀ, ਜਦ ਪੇਪਰ ਚੈੱਕ ਹੋ ਰਹੇ ਸੀਗੇ। ਤੋ ਮੈਨੂੰ ਕੁਰਸੀ ਤੇ ਖੜਾ ਕਰ ਦਿੱਤਾ। ਉਹ ਸਾਹਿਬ ਕਹਿਣ ਲੱਗਾ, ਦੇਖ ਬਈ, ਮੈਂ ਚਾਹਾਂ ਤੇ ਤੈਨੂੰ ਫੇਲ ਵੀ ਕਰ ਸਕਦਾ ਹੈ, ਕਿਉਂਕਿ ਰਿਮਾਰਕ ਅਸੀਂ ਦੇਣਾ ਹੈ। ਤੂੰ ਖੁਦ ਹੀ ਲਾ ਦਿੱਤਾ, ਪਰ ਮੈਂ ਤੈਨੂੰ ਤੇਰੀਆਂ 2 ਤਨਖਾਹਾਂ ਇਨਾਮ ਦੀਆਂ ਦਿੰਦਾ ਹੈ, ਕਿਉਂਕਿ ਤੈਨੂੰ ਆਪਣੇ ਆਪ ਤੇ ਵਿਸ਼ਵਾਸ ਹੈ। ਵਿਸ਼ਵਾਸ ਸਭ ਤੋਂ ਵੱਡੀ ਚੀਜ਼ ਹੈ ਕਿ ਵੀ ਮੈਂ ਪਾਸ ਹਾਂ। ਉਹਦੇ ਵਿੱਚ ਅਗਰ ਇੱਕ ਲੈਟਰ ਦੀ ਵੀ ਗਲਤੀ ਹੋਵੇ ਤਾਂ ਇਨਸਾਨ ਫੇਲ ਹੋ ਸਕਦਾ ਹੈ। ਤੋ ਇਸੇ ਤਰ੍ਹਾਂ ਅਸੀਂ ਕਹਿ ਸਕਦੇ ਹਾਂ, ਜਦੋਂ ਆਪਦੀ ਆਤਮਾ ਆਜ਼ਾਦ ਕਰ ਲਈ ਹੈ ਮਨ ਇੰਦਰੀਆਂ ਦੇ ਉੱਤੋਂ, तो भी ਅਸੀਂ जिंदे जी मुक्त हैं। सच तो यह है कि बहुत सारे प्रेमी कमाई वाले सत्संगियां शरीर छड्डदे ਨੂੰ देखते हैं कि किस तरह वो कई दिन पहला भी दस दिंदे है कि सतगुरु फलाने दिन आएगा लैण वास्ते। जब सतगुरु आउंदा है
ਉਹ ਵਾਕਿਆ ਹੀ ਕਹਿੰਦਾ ਹੈ ਸਤਸੰਗੀ ਕਿ ਮੈਂ ਜਾਣਾ ਹੈ। ਹਾਂ, ਅਗਰ ਕੋਈ ਬੇਸਤਸੰਗੀ ਪਾਸ ਨਾ ਹੋਵੇ ਤੇ ਤੁਸੀਂ ਪਿਆਰ ਨਾਲ ਪੁੱਛੋ ਕੀ ਸ਼ਬਦ ਆਉਂਦਾ ਹੈ, ਕੀ ਗੁਰੂ ਦਾ ਸਰੂਪ ਆਉਂਦਾ ਹੈ, ਉਹ ਚੁੱਪਚਾਪ ਨਹੀਂ ਜਾਏਗਾ। ਸੋ ਇਸ ਵਾਸਤੇ ਆਪ ਪਿਆਰ ਨਾਲ ਕਹਿੰਦੇ ਹੈ ਕਿ ਸੰਤ ਜਿੰਦੇ ਜੀ ਇਹ ਨਗਦ ਸੌਦਾ ਹੈ। ਜੀਵਨ ਮੁਕਤ ਸੋ ਆਖੀਏ ਜਿਸ ਵਿੱਚੋਂ ਹਉਮੈ ਜਾਏ। ਜੋ ਸ਼ਬਦ ਨਾਮ ਦੀ ਕਮਾਈ ਕਰਕੇ ਆਪ ਦੇ ਵਿੱਚੋਂ ਹਉਮੈ ਦੀ ਰੁਕਾਵਟ ਦੂਰ ਕਰ ਲੈਂਦਾ ਹੈ, ਉਹ ਪਿਆਰਿਓ ਮੁਕਤੀ ਦੇ ਦਵਾਰ ਤੇ ਪਹੁੰਚ ਗਿਆ ਹੈ ਜੀ। जीवन मुक्त सो आखिए जिस विचों हउमੈ जाई। तंदे तावत जाग बांध्या ना बूझे विचार। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਕਿ ਅਸੀਂ ਪਰਮਾਤਮਾ ਦੀ ਭਗਤੀ ਨਾਲੋਂ ਦੁਨੀਆ ਦੇ ਧੰਦਿਆਂ ਨੂੰ ਉੱਚਾ ਰੱਖਿਆ ਹੋਇਆ ਹੈ, ਪਹਿਲ ਦਿੱਤੀ ਹੋਈ ਹੈ। ਤੋ ਸੰਤ ਕਹਿੰਦੇ ਧੰਦੇ ਕਿਸੇ ਨਾ ਜਿੱਤੀ, ਸਭ ਧੰਦੇ ਜਿੱਤੀ। ਅੱਜ ਤਾਈਂ ਨਾ ਕੋਈ ਸਾਰੇ ਕੰਮ ਮੁਕਾ ਕੇ ਗਿਆ ਹੈ, ਨਾ ਕੋਈ ਮੁਕਾ ਹੀ ਸਕਦਾ ਹੈ। ਕਿਸੇ ਦੇ ਇੱਕ ਪੂਰੇ ਹੋ ਜਾਂਦੇ ਆ, ਚਾਰ ਰਹਿ ਜਾਂਦੇ ਹੈ। ਬਹੁਤ ਸਾਰੇ ਪ੍ਰੇਮੀ ਉੱਥੇ ਮੇਰੇ ਪਾਸ ਜਾਂਦੇ ਹੈ तो ਇੱਥੇ ਵੀ ਮਿਲਦੇ ਹੈ। ਪੁੱਛੀਏ ਸੁਣਾ ਬਈ ਕਿਵੇਂ ਹੈ, ਤੂੰ ਸਤਸੰਗ ਤੇ ਨਹੀਂ ਆਇਆ? ਅੱਗੇ ਜੀ ਘਰੇ ਕਾਰੋਬਾਰ ਸੀ, ਜ਼ਿਮੀਂਦਾਰ ਕਹਿੰਦੇ ਸਾਡਾ ਖੇਤੀ ਦਾ ਕੰਮ ਸੀ। तो मैं ਉਹਨਾਂ ਨੂੰ ਹੱਸ ਕੇ ਕਹਿਣਾ ਹੁੰਦਾ ਕਿ ਦੇਖੋ ਪਿਆਰੇ, ਖੇਤੀ ਮੈਂ ਵੀ ਕਰਦਾ ਹੈ, मैं भी किसान है। ਕੀ ਹੈ कि एक ने परमार्थ ਨੂੰ ਪਹਿਲ ਦੇ ਰੱਖੀ है तो दुनियावी काम दूसरे नंबर ਤੇ ਰੱਖੇ ਹੈ। ऐसे प्रेमी ਜਿਹੜੇ ਹੁੰਦੇ ਆ, ਇਹ ਨਹੀਂ ਕਿ ਉਹ ਆਪਣਾ ਕਾਰੋਬਾਰ ਛੱਡ ਦਿੰਦੇ ਹੈ, ਬਲਕਿ ਵਿਹਲੇ ਟਾਈਮ ਵਿੱਚ ਉਸੇ ਕੰਮ ਨੂੰ ਜ਼ਿਆਦਾ ਕਰ ਲੈਂਦੇ ਹੈ ਕਿ ਵੀ ਮੈਂ ਸਤਸੰਗ ਤੇ ਜਾਣਾ, ਅਭਿਆਸ ਤੇ 10 ਦਿਨ ਕੱਢਣੇ ਹੈ। ਉਹ ਬਜਾਏ ਆਰਾਮ ਕਰਨ ਦੇ ਉਹ ਮਿਹਨਤ ਨਾਲ ਕਮਾ ਲੈਂਦੇ ਹੈ ਜੀ। तंदे तावत जाग बांध्या ना बूझे विचार। जम्मण मरण विसारिया मन मुख मुगद गवार। ਅਸੀਂ ਕਿੰਨੇ ਮਨਮੁਖ ਹੈ, ਕਿੰਨੇ ਮਨ ਦੇ ਕਹੇ ਲੱਗ ਚੁੱਕੇ ਹੈ, ਕਿੰਨੇ ਅਸੀਂ ਮੂਰਖ ਹੋ ਗਏ, ਕਿੰਨੇ ਗਵਾਰ ਹੋ ਗਏ ਹਾਂ। ਹੋਰ ਤਾਂ ਹੋਰ, ਜਦ ਅਸੀਂ ਆਪਣੀਆਂ ਅੱਖਾਂ ਨਾਲ ਆਪਣੇ ਸਾਥੀਆਂ ਨੂੰ ਸੰਸਾਰ ਛੱਡਦਿਆਂ ਨੂੰ ਦੇਖਦੇ ਹਾਂ, ਖੁਦ ਵੀ ਉਹਨਾਂ ਦੇ ਸਾਥ ਹੋ ਕੇ ਸ਼ਮਸ਼ਾਨ ਭੂਮੀ ਦੇ ਵਿੱਚ ਜਾਂਦੇ ਹਾਂ, ਉੱਥੇ ਅੱਗ ਦੇ ਸਪੁਰਦ ਕਰਿਆ ਹੁੰਦੇ ਆ। ਮੌਤ ਤਾਂ ਲੋਕਾਂ ਵਾਸਤੇ ਹੈ, ਸਾਡੇ ਵਾਸਤੇ ਤਾਂ ਐਸ਼ੋ ਇਸ਼ਰਤਾਂ ਹੀ ਹਨ, ਸ਼ਰਾਬਾਂ ਕਬਾਬਾਂ ਹੀ ਹਨ। ਨਹੀਂ ਪਿਆਰਿਓ, ਪਤਾ ਨਹੀਂ ਮੌਤ ਦੀ ਘੰਟੀ ਕਿਸ ਵੇਲੇ ਵੱਜਣੀ ਹੈ। ਸੂਫੀ ਸੰਤ ਫਰੀਦ ਸਾਹਿਬ ਕਹਿੰਦੇ ਹੈ, ਜਿੱਤ ਦਿਹਾੜੇ ਧਨਵਰੇ ਸਾਹੇ ਲੈ ਲਖਾਏ, ਮਲਕ ਜੋ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ। ਜਿੰਦ ਨਵਾਣੀ ਕੱਢੀ ਐ ਹੱਡਾ ਕੂ ਕੜਕਾਏ, ਸਾਹੇ ਲੇਖੇ ਨਾ ਚਲਣੀ ਜਿੰਦੂ ਕੂ ਸਮਝਾਏ। ਜਿੰਦ ਬਹੁਤੇ ਮਰਨ ਵਰ ਲੈ ਜਾਸੀ ਪ੍ਰਣਾਏ, ਆਪਣਾ ਹੱਥੀ ਜੋੜ ਕੇ ਕਹਿ ਗੱਲ ਲੱਗੀ ਤਾਏ। ਵਾਲੋ ਨਿੱਕੀ ਤੁਰਸਲਾਤ ਕੰਨੀ ਨਾ ਸੁਣੀ ਆਏ। तो आप प्यार दे नाल कहते हैं कि प्यारा पता नहीं किस वेले घंटी वजनी है, किथे एक्सीडेंट हो जाना है, किथे सुत्या पिया ने रह जाना है। सो इस वास्ते आप कहने लगे असी किन्ने मूर्ख हैं, असी अपनी मौत नूं भी भुला के बैठ गए हैं। जम्मण मरण विसारिया मन मुख मुगद गवार। गुर राखे से उबरे सचा शब्द विचार। सुहट पिंजर प्रेम का बोले बोलन
ਨਾਨਕ ਕਹਿੰਦੇ ਇਹ ਸਰੀਰ ਸਾਡਾ ਪਿੰਜਰਾ ਹੈ, ਆਤਮਾ ਪੰਛੀ ਹੈ, ਤੋਤਾ ਹੈ। ਇਸ ਪਿੰਜਰੇ ਨਾਲ ਪਿਆਰ ਪਾ ਕੇ ਕਈ ਪ੍ਰਕਾਰ ਦੀਆਂ ਬੋਲੀਆਂ ਬੋਲਦਾ ਹੈ, ਕਦੇ ਸੁਖ ਦੀ ਬੋਲੀ ਬੋਲਦਾ ਤੇ ਕਦੇ ਦੁੱਖ ਦੀ ਬੋਲੀ ਬੋਲਦਾ ਹੈ ਜੀ। सूहट पिंजर प्रेम का, बोले बोलन हार, साच चुगे अमृत पिए, उड़े ता एका वार। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਅਗਰ ਇਹ ਪੰਛੀ ਆਤਮਾ ਅਗਰ ਉਸ ਦੁਨੀਆ ਦਾ ਪਿਆਰ ਛੱਡ ਕੇ ਉਸ ਅਨਹਦ ਸ਼ਬਦ ਦਾ ਨਾਮ ਦਾ ਚੋਗਾ ਚੁਗੇ, ਉੱਡਾ ਤੇ ਏਕਾ ਵਾਰ, ਸੰਸਾਰ ਦੇ ਵਿੱਚ ਇੱਕ ਵਾਰੀ ਫੇਰੀ ਹੈ, ਵਾਰ-ਵਾਰ ਨਹੀਂ ਭੂਤਾਂ ਦੀ ਤਰ੍ਹਾਂ ਆਉਣਾ ਪੈਂਦਾ ਜੀ। साच चुगे अमृत पिए, उड़े ता एका वार, गुर मिलिए खसम पछाणिए, कहो नानक मोख द्वार। ਆਪ ਪਿਆਰ ਨਾਲ ਕਹਿੰਦੇ ਹੈ ਅਗਰ ਕੋਈ ਪੂਰਾ ਮਹਾਤਮਾ ਮਿਲ ਜਾਵੇ, ਉਹ ਪਰਮਾਤਮਾ ਜਿਹੜਾ ਸਾਡੀ ਆਤਮਾ ਦਾ ਪਤੀ ਹੈ, ਖਸਮ ਹੈ, ਉਹਦੀ ਪਛਾਣ ਹੁੰਦੀ ਹੈ। ਕਿਸੇ ਮਹਾਤਮਾ ਦੇ ਸਤਸੰਗ ਦੇ ਵਿੱਚ ਜਾਣਾ, ਮਾਨੋ ਅਸੀਂ ਮੁਕਤੀ ਦੇ ਦੁਆਰ ਉੱਤੇ ਪਹੁੰਚ ਜਾਂਦੇ ਹਾਂ। ਜਦ ਸ਼ਬਦ ਨਾਮ ਪ੍ਰਾਪਤ ਕਰਕੇ ਅਸੀਂ ਕਮਾਈ ਕਰਦੇ ਹਾਂ, ਅਸੀਂ ਮੁਕਤੀ ਪ੍ਰਾਪਤ ਕਰ ਲੈਂਦੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਛੋਟੇ ਜਿਹੇ ਸ਼ਬਦ ਦੇ ਅੰਦਰ ਗੁਰੂ ਮਤ ਨੂੰ, ਸੰਤ ਮਤ ਨੂੰ ਬੜੇ ਪਿਆਰ ਨਾਲ ਦੱਸਿਆ ਕਿ ਕਿਸ ਤਰ੍ਹਾਂ ਇਸ ਸੰਸਾਰ ਦੇ ਅੰਦਰ ਸਾਡੀ ਕਿਸ਼ਤੀ ਜਿਹੜੀ ਹੈ, ਵਿਸ਼ੇ ਵਿਕਾਰਾਂ ਦਾ ਮਾਲ ਅਸੀਂ ਭਰ ਕੇ ਇਸ ਨੂੰ ਇਸ ਸਮੁੰਦਰ ਦੇ ਵਿੱਚ ਢਿੱਲੀ ਬੈਠੇ ਹਾਂ, ਜਿਹਦੇ ਨਾ ਉਰਲੇ ਕਿਨਾਰੇ ਦਾ ਪਤਾ ਨਾ ਪਰਲੇ ਦਾ ਪਤਾ ਹੈ। ਤੋ ਸੰਤ ਮਹਾਤਮਾ ਸਾਨੂੰ ਇਸ ਡਗਮਗਾਉਂਦੀ ਕਿਸ਼ਤੀ ਦੇ ਅੰਦਰ ਜਿਹੜਾ ਪੁੰਨਾ ਪਾਪਾਂ ਦਾ ਬੋਝਾ ਭਰਿਆ ਹੋਇਆ ਹੈ, ਪਾਰ ਕਰਨ ਵਾਸਤੇ ਨਾਮ ਦਾ ਜਹਾਜ਼ ਲੈ ਕੇ ਆਉਂਦੇ ਹੈ। ਜੋ ਲੋਕ ਉਹਨਾਂ ਦੇ ਜਹਾਜ਼ ਵਿੱਚ ਸ਼ਬਦ ਦੇ ਵਿੱਚ ਸਵਾਰ ਹੋ ਜਾਂਦੇ ਹੈ, ਉਹਨਾਂ ਨੂੰ ਉਹ ਲੈ ਕੇ ਭਵ ਸਾਗਰ ਪਾਰ ਲੈ ਜਾਂਦੇ ਹੈ। ਸੋ ਆ ਪਿਆਰ ਨਾਲ ਕਹਿੰਦੇ ਹੈ ਗੁਰ ਮਿਲਿਆ ਤੋ ਖਸਮ ਪਛਾਣਿਆ। ਅਗਰ ਕੋਈ ਸੰਤ ਮਹਾਤਮਾ ਮਿਲ ਜਾਵੇ ਜਿਸ ਨੇ ਉਹ ਪਰਮਾਤਮਾ ਖਸਮ ਨੂੰ ਪਛਾਣਿਆ ਹੈ, ਉਹਦੇ ਵਿੱਚ ਮਿਲ ਚੁੱਕਿਆ ਹੈ, ਆਪਦੇ ਪਤੀ ਨੂੰ ਜਿਹਨੇ ਆਪਦੇ ਉੱਪਰ ਖੁਸ਼ ਕਰ ਲਿਆ ਹੈ, ਤਾਂ ਅਸੀਂ ਵੀ ਉਹਦੇ ਕਹਿਣ ਦੇ ਮੁਤਾਬਕ ਅਗਰ ਸ਼ਬਦ ਨਾਮ ਦੀ ਕਮਾਈ ਕਰਾਂਗੇ ਤਾਂ ਅਸੀਂ ਵੀ ਮੁਕਤੀ ਪ੍ਰਾਪਤ ਕਰ ਲੈਂਦੇ ਹਾਂ। ਕਹੋ ਨਾਨਕ ਮੋਖ ਦੁਆਰ। ਸੋ ਸਾਨੂੰ ਵੀ ਚਾਹੀਦਾ ਹੈ, ਪਰਮਾਤਮਾ ਨੇ ਜਿਵੇਂ ਦਇਆ ਕਰਕੇ ਸਾਨੂੰ ਇਨਸਾਨ ਦਾ ਜਾਮਾ ਦਿੱਤਾ ਹੈ, ਇਹ ਇੱਕ ਕੀਮਤੀ ਤੋਹਫਾ ਹੈ। ਇਹਦੇ ਵਿੱਚ ਬੈਠ ਕੇ ਸ਼ਬਦ ਨਾਮ ਦੀ ਕਮਾਈ ਕਰੀਏ, ਆਪਣੇ ਜੀਵਨ ਨੂੰ ਪਵਿੱਤਰ ਬਣਾਈਏ। साच चुगे अमृत पिए, उड़े ता एका वार, गुर मिलिए खसम पछाणिए,